ਪ੍ਰੇਜ਼ ਦ ਲਾਰਡ। ਸੋ ਅਸੀਂ ਸਿੱਖਦੇ ਆ ਰਹੇ ਹਾਂ ਵਚਨ ਦੇ ਵਿੱਚੋਂ ਜਿਹੜਾ ਇਨਸਾਨ ਪਰਮੇਸ਼ਵਰ ਦੀ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰਦਾ ਹੈ। ਵਚਨ ਅਨੁਸਾਰ ਪਰਮੇਸ਼ਵਰ ਆਖਦਾ ਕਿ ਉਹਦੀ ਪ੍ਰਾਰਥਨਾ ਵੀ ਮੈਨੂੰ ਘਿਨਾਉਣੀ ਲੱਗਦੀ ਹੈ। ਹਾਲੇਲੂਇਆ। ਔਰ ਅਸੀਂ ਬੜੇ ਹੀ ਸਬਰ ਦੇ ਨਾਲ ਵਿਸਤਾਰ ਦੇ ਨਾਲ ਪਿਛਲੇ ਦਿਨਾਂ 'ਚ ਸਿੱਖਿਆ ਹੈ ਕਿ ਪਰਮੇਸ਼ਵਰ ਦੀ ਵਿਵਸਥਾ ਨੂੰ ਸੁਣਨ ਦੇ ਨਾਲ ਹੀ ਇਨਸਾਨ ਨੂੰ ਇਸ ਚੀਜ਼ ਦਾ ਵੀ ਚੱਜ ਆਉਂਦਾ ਵੀ ਪ੍ਰਾਰਥਨਾ ਕਰਨੀ ਕਿਸ ਤਰ੍ਹਾਂ ਹੈ ਔਰ ਕਿਸ ਚੀਜ਼ ਦੇ ਵਾਸਤੇ ਪ੍ਰਾਰਥਨਾ ਕਰਨੀ ਹੈ। ਨਹੀਂ ਤਾਂ ਬਹੁਤ ਸਾਰੇ ਲੋਕ ਹੈ ਉਹ ਪ੍ਰਾਰਥਨਾ ਹੀ ਗਲਤ ਕਰੀ ਜਾਂਦੇ ਆ ਔਰ ਉਹਨਾਂ ਨੂੰ ਸਮਝ ਨਹੀਂ ਹੈ ਵੀ ਪ੍ਰਾਰਥਨਾ ਕਿਵੇਂ ਕਰਨੀ ਹੈ। ਸਾਡੇ ਪ੍ਰਾਰਥਨਾ ਦੇ ਜਿਹੜੇ ਸ਼ਬਦ ਆ ਉਹ ਕਿਸ ਤਰੀਕੇ ਦੇ ਹੋਣੇ ਚਾਹੀਦੇ ਆ। ਇਸ ਲਈ ਜਿਵੇਂ ਅਸੀਂ ਸਿੱਖਿਆ ਸੀਗਾ ਕਿ ਚੇਲੇ ਸਮਝਦਾਰ ਸੀਗੇ, ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਪ੍ਰਾਰਥਨਾ ਕਰਨੀ ਸਿਖਾ। ਸੋ ਸਿਖਾਉਣ ਦਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਨੂੰ ਲਿਖ ਕੇ ਦੇ ਦਈਏ ਵੀ ਆਹ ਪੜ੍ਹ ਲਿਆ ਕਰੋ ਤੇ ਕਰ ਲਿਆ ਕਰੋ। ਸਿਖਾਉਣ ਦਾ ਮਤਲਬ ਹੈਗਾ ਵੀ ਅਸੀਂ ਕਿਵੇਂ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਨਾਲ ਗੱਲ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਔਰ ਕਿਹੜੇ ਸ਼ਬਦ ਆ ਜਿਹੜੇ ਸਾਡੇ ਪ੍ਰਾਰਥਨਾ ਦੇ ਵੇਲੇ ਵਿੱਚ ਹੋਣੇ ਚਾਹੀਦੇ ਆ। ਔਰ ਪਿੱਛੇ ਅਸੀਂ ਇਹ ਵੀ ਦੇਖਿਆ ਸੀ ਕਿ ਪ੍ਰਾਰਥਨਾ ਦਾ ਮਤਲਬ ਕੁਛ ਹੋਰ ਆ, ਧੰਨਵਾਦ ਕਰਨ ਦਾ ਮਤਲਬ ਕੁਛ ਹੋਰ ਆ, ਬੇਨਤੀ ਕਰਨ ਦਾ ਮਤਲਬ ਕੁਛ ਹੋਰ ਆ ਔਰ ਇੱਕ ਹੁੰਦੀ ਆ ਪਟੀਸ਼ਨ ਦਾਇਰ ਕਰਨਾ, ਉਹਦਾ ਮਤਲਬ ਕੁਛ ਹੋਰ ਆ। ਸੋ ਪ੍ਰਾਰਥਨਾ ਜਿਹੜੀ ਆ ਉਹ ਸਾਨੂੰ ਸੌਖਾ ਜਿਹਾ ਇੱਕ ਸ਼ਬਦ ਕਰਕੇ ਪਰਮੇਸ਼ਵਰ ਨੇ ਦੇ ਦਿੱਤਾ ਆ ਤੇ ਇਹਦੇ ਵਿੱਚ ਇਹਦੇ ਸਾਰੇ ਅੰਗ ਹੀ ਆ, ਜਿਹਨੂੰ ਅਸੀਂ ਬੇਨਤੀ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਅਰਦਾਸ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਪ੍ਰਾਰਥਨਾ ਵੀ ਕਹਿ ਦਿੰਦੇ ਹਾਂ। ਸੋ ਮੀਨਿੰਗ ਜਿਹੜਾ ਆ ਉਹ ਜਦੋਂ ਅਸੀਂ ਇਹਦਾ ਸਾਰਾ ਜੋੜ ਤੋੜ ਕਰਦੇ ਹਾਂ ਤੇ ਮੀਨਿੰਗ ਇੱਕੋ ਨਿਕਲਦਾ ਹੈ। ਹਾਲੇਲੂਇਆ। ਸੋ ਪਰਮੇਸ਼ਵਰ ਚਾਹੁੰਦਾ ਆ, ਜਿਵੇਂ ਲਿਖਿਆ ਵਚਨ ਦੇ ਵਿੱਚ, ਤੁਹਾਡੀਆਂ ਪ੍ਰਾਰਥਨਾਵਾਂ, ਤੁਹਾਡੀਆਂ ਬੇਨਤੀਆਂ, ਤੁਹਾਡੀਆਂ ਅਰਦਾਸ ਧੰਨਵਾਦ ਸਹਿਤ ਪਰਮੇਸ਼ਵਰ ਦੇ ਹਜ਼ੂਰ ਪਹੁੰਚਣ। ਸੋ ਆਖਰੀ ਗੱਲ ਸਾਹਮਣੇ ਆਉਂਦੀ ਉਹ ਕੀ ਆ ਕਿ ਧੰਨਵਾਦ ਸਹਿਤ ਪਰਮੇਸ਼ਵਰ ਦੇ ਹਜ਼ੂਰ ਪਹੁੰਚਣ। ਔਰ ਥੈਸਲੋਨੀਕੇ ਦੀ ਕਿਤਾਬ 'ਚ ਲਿਖਿਆ ਆ ਹਰ ਹਾਲ ਦੇ ਵਿੱਚ ਧੰਨਵਾਦ ਕਰੋ ਕਿਉਂਕਿ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀ ਇਹੋ ਹੀ ਇੱਛਾ ਹੈ। ਸੋ ਜਦੋਂ ਗੱਲ ਧੰਨਵਾਦ ਤੇ ਆ ਜਾਂਦੀ ਵੀ ਹਰ ਹਾਲ ਦੇ ਵਿੱਚ ਕਰੋ ਤੇ ਫਿਰ ਮੈਂ ਸਮਝਦਾ ਵੀ ਅਸੀਂ ਪ੍ਰਾਰਥਨਾ ਵਾਲੇ ਸ਼ਬਦਾਂ ਤੋਂ ਉੱਠ ਕੇ ਬਹੁਤ ਅੱਗੇ ਲੰਘ ਜਾਂਦੇ ਹਾਂ ਕਿਉਂਕਿ ਪ੍ਰਾਰਥਨਾ ਦਾ ਮਤਲਬ ਇਹ ਆ ਵੀ ਮੇਰੇ ਹੱਥ ਖੜੇ ਆ, ਮੈਂ ਨਹੀਂ ਕਰ ਸਕਦਾ, ਤੂੰ ਕਰ। ਤੇ ਪ੍ਰਾਰਥਨਾ ਦੇ ਵਿੱਚ ਅਸੀਂ ਇੱਕ ਤਰ੍ਹਾਂ ਦੀ ਰਿਕੁਐਸਟ ਹੀ ਰੱਖਦੇ ਹਾਂ ਔਰ ਇਹ ਦੱਸਣਾ ਚਾਹੁੰਦੇ ਪਰਮੇਸ਼ਵਰ ਨੂੰ ਵੀ ਸਾਡੇ ਬਸ ਦਾ ਕੰਮ ਨਹੀਂ ਹੈ। ਲੇਕਿਨ ਜਦੋਂ ਇਸ ਸੂਰਤ ਤੋਂ ਅੱਗੇ ਨਿਕਲ ਜਾਂਦੇ ਆ, ਧੰਨਵਾਦ ਦੀ ਸੂਰਤ ਵਿੱਚ ਆ ਜਾਂਦੇ ਆ ਤੇ ਜਿੱਥੇ ਲਿਖਿਆ ਵੀ ਹਰ ਹਾਲ ਦੇ ਵਿੱਚ ਧੰਨਵਾਦ ਕਰੋ, ਉੱਥੇ ਜਾ ਕੇ ਫਿਰ ਦੁਨੀਆ ਦੇ ਜਿਹੜੇ ਸ਼ਬਦ ਆ ਨਾ ਪ੍ਰਾਰਥਨਾਵਾਂ ਵਾਲੇ, ਉਹ ਫਿਰ ਸਾਡੇ ਜੀਵਨ ਦੇ ਵਿੱਚ ਖਤਮ ਹੋ ਜਾਂਦੇ ਆ। ਔਰ ਪਰਮੇਸ਼ਵਰ ਸਾਨੂੰ ਉਸ ਮੁਕਾਮ ਤੇ ਦੇਖਣਾ ਚਾਹੁੰਦਾ ਜਿੱਥੇ ਜਾ ਕੇ ਅਸੀਂ ਕੀ ਕਰੀਏ, ਹਰ ਹਾਲ ਦੇ ਵਿੱਚ ਉਹਦਾ ਧੰਨਵਾਦ ਕਰੀਏ। ਤਾਂ ਜਦੋਂ ਹਰ ਹਾਲ 'ਚ ਧੰਨਵਾਦ ਕਰਨਾ ਹੈ ਤਾਂ ਉੱਥੇ ਜਾ ਕੇ ਫਿਰ ਪ੍ਰਾਰਥਨਾ ਕੀ ਕਰਾਂਗੇ, ਪ੍ਰਾਰਥਨਾ ਦਾ ਤੇ ਫਿਰ ਜਿਹੜਾ ਚੱਕਰ ਆ ਉਹ ਖਤਮ ਹੋ ਗਿਆ ਕਿਉਂਕਿ ਜਦੋਂ ਹਰ ਹਾਲ 'ਚ ਧੰਨਵਾਦ ਹੀ ਕਰਨਾ, ਪ੍ਰਾਰਥਨਾ ਤਾਂ ਅਸੀਂ ਇਸੇ ਚੀਜ਼ ਦੀ ਕਰਨੀ ਨਾ, ਪ੍ਰਭੂ ਜੀ ਬਿਮਾਰੀ ਆ ਗਈ ਪ੍ਰਾਰਥਨਾ ਕਰਦੇ ਹਾਂ ਵੀ ਠੀਕ ਕਰਦੇ, ਲਾਚਾਰੀ ਆ ਗਈ ਪ੍ਰਾਰਥਨਾ ਕਰਦੇ ਹਾਂ ਠੀਕ ਕਰਦੇ, ਕੋਈ ਨੌਕਰੀ ਪੇਸ਼ੇ ਦਾ ਪ੍ਰੋਬਲਮ ਆ ਗਈ, ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆ ਗਈ ਤਾਂ ਅਸੀਂ ਕੀ ਕਰਾਂਗੇ, ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਇਸ ਕੰਮ ਦਾ ਹੱਲ ਕਰ ਦਿਓ। ਲੇਕਿਨ ਜਦੋਂ ਸਾਨੂੰ ਇਹ ਸਮਝ ਆ ਗਈ ਵੀ ਹਰ ਹਾਲ ਦੇ ਵਿੱਚ ਧੰਨਵਾਦ ਕਰਨਾ ਆ ਤੇ ਫਿਰ ਦਾ ਮਤਲਬ ਹੁਣ ਉਹ ਸ਼ਬਦ ਸਾਡੇ ਜਿਹੜੇ ਬਚਪਨੇ ਦੇ ਸੀਗੇ ਉਹਨਾਂ ਤੋਂ ਅਸੀਂ ਉੱਪਰ ਉੱਠ ਗਏ ਹਾਂ। ਬਚਪਨੇ ਦੇ ਸ਼ਬਦਾਂ ਵਿੱਚ ਅਸੀਂ ਸਵੇਰੇ ਉੱਠ ਕੇ ਕਹਿੰਦੇ ਸੀ ਪ੍ਰਭੂ ਜੀ ਅੱਜ ਦਾ ਦਿਨ ਚੰਗਾ ਨਿਕਲੇ, ਕਾਰੋਬਾਰ 'ਚ ਤੇਰੀ ਬਰਕਤ ਚਾਹੁੰਦੇ ਆ, ਕੰਮਕਾਰ ਚੰਗਾ ਦੇਈਂ, ਹੈ ਨਾ। ਲੇਕਿਨ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਅੱਗੇ ਨਿਕਲ ਗਏ ਤਾਂ ਸੰਤ ਪੌਲੁਸ ਕਹਿੰਦਾ ਬਾਲਕਪੁਣੇ 'ਚ ਬਾਲਕਪਨ ਦੀਆਂ ਗੱਲਾਂ ਕਰਦਾ ਸੀ, ਹੁਣ ਮੈਂ ਸਿਆਣਾ ਹੋ ਗਿਆ ਤੇ ਇਸ ਲਈ ਬਾਲਕਪਨ ਦੀਆਂ ਗੱਲਾਂ ਨੂੰ ਕੀ ਕਰਤਾ, ਛੱਡ ਦਿੱਤਾ। ਸੋ ਜਦੋਂ ਅਸੀਂ ਸੁਬਾਹ ਉੱਠ ਕੇ ਪ੍ਰਾਰਥਨਾ ਕਰਨੀ ਤੇ ਕੀ ਕਰਨਾ ਹੈ, ਧੰਨਵਾਦ ਹੀ। ਉਹਨਾਂ ਪ੍ਰਾਰਥਨਾਵਾਂ ਦੇ ਵਿੱਚ ਸ਼ਬਦ ਕਿਹੜੇ ਆ, ਧੰਨਵਾਦ। ਗੱਲ ਪ੍ਰਾਰਥਨਾ ਹੀ ਆ, ਗੱਲ ਪ੍ਰਾਰਥਨਾ ਹੈ, ਪਰ ਸ਼ਬਦ ਜਿਹੜੇ ਉਹ ਚੇਂਜ ਹੋ ਜਾਂਦੇ ਆ। ਉਸ ਪ੍ਰਾਰਥਨਾ ਵਿੱਚ ਫਿਰ ਧੰਨਵਾਦ ਦੇ ਸ਼ਬਦ ਨਿਕਲਣੇ ਆ। ਤੂੰ ਅੱਜ ਦਾ ਦਿਨ ਦਿੱਤਾ, ਤੇਰਾ ਧੰਨਵਾਦ ਹੈ, ਤੂੰ ਜਿੱਦਾਂ ਵੀ ਰੱਖੇਗਾ ਤੇਰਾ ਧੰਨਵਾਦ ਹੈ, ਤੂੰ ਕੰਮ ਤੇ ਲੈ ਕੇ ਚੱਲਾਂ ਇਹਦੇ ਵੀ ਤੇਰਾ ਧੰਨਵਾਦ ਹੈ, ਜੇ ਦਿਹਾੜੀ ਲੱਗ ਗਈ ਤੇ ਤਾਂ ਵੀ ਤੇਰਾ ਧੰਨਵਾਦ ਹੈ, ਤੇ ਜਰਾਜ ਚ ਵਾਪਸ ਲੈਂਦਾ ਤਾਂ ਵੀ ਤੇਰਾ ਧੰਨਵਾਦ, ਹਾਲੇਲੂਇਆ, ਤਾਂ ਵੀ ਤੇਰਾ ਧੰਨਵਾਦ। ਯਾਨੀ ਕਿ ਹੁਣ ਤੇ ਸ਼ਬਦ ਕਾਹਦੇ ਨਿਕਲਣੇ, ਉਸ ਪ੍ਰਾਰਥਨਾ ਦੇ ਵਿੱਚ ਸ਼ਬਦ ਬਦਲ ਗਏ ਆ। ਪਹਿਲੋਂ ਅਸੀਂ ਆਪਣੀ ਅਕਲ ਦੇ ਨਾਲ ਮੰਗਦੇ ਸੀਗੇ, ਆਪਣੀ ਅਕਲ ਦੇ ਨਾਲ ਗੱਲ ਕਰਦੇ ਸੀਗੇ ਤੇ ਹੁਣ ਜਦੋਂ ਵਚਨ ਸਮਝ ਆ ਗਿਆ ਤਾਂ ਹੁਣ ਕੀ ਕਰਨਾ ਹੈ, ਹੁਣ ਤੇ ਖਾਲੀ ਧੰਨਵਾਦ ਹੀ ਆ। ਸੋ ਪ੍ਰਾਰਥਨਾ ਸ਼ਬਦ ਨੂੰ ਨਹੀਂ ਅਸੀਂ ਕੱਢਦੇ, ਪਰ ਪ੍ਰਾਰਥਨਾ ਦੇ ਇਹਨਾਂ ਚੱਕਰਾਂ ਦੇ ਵਿੱਚ ਜਾ ਕੇ ਸਾਨੂੰ ਦਿਨ ਪ੍ਰਤੀ ਦਿਨ ਉਹਨਾਂ ਚੀਜ਼ਾਂ ਦਾ ਕੀ ਹੁੰਦਾ ਹੈ, ਗਿਆਨ ਹੁੰਦਾ। ਸੋ ਪ੍ਰਾਰਥਨਾ ਕਰਦੇ ਵਕਤ ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਵਰਤਣੀ ਹੈ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਮੱਤੀ ਦੀ ਅੰਜੀਲ 18 ਅਧਿਆਇ ਉਹਦੀ 19 ਆਇਤ ਤੋਂ ਲੈ ਕੇ 22 ਆਇਤ ਤੱਕ। ਜਦੋਂ ਅਸੀਂ ਪ੍ਰਾਰਥਨਾਵਾਂ ਕਰਦੇ ਹਾਂ ਤੇ ਪ੍ਰਾਰਥਨਾ ਕਰਦੇ ਸਮੇਂ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਤੇ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਜਿਹੜੇ ਪਰਮੇਸ਼ਰ ਸਾਡੇ ਨਾਲ ਪ੍ਰੋਮਿਸ ਤੇ ਵਾਅਦੇ ਕੀਤੇ ਆ। ਸੋ ਕੀ ਆ, ਫਿਰ ਮੈਂ ਤੁਮਸੇ कहता हूँ
कि यदि तुम में से 2 जन पृथ्वी पर किसी बात के लिए जिसे वह मांगे एक मन के हों, वह मेरे पिता की ओर से स्वर्ग में है उनके लिए हो जाएगी। ਇੱਥੇ ਆ ਕੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਇਹ ਹੈ ਵੀ ਉਹ ਕਹਿੰਦੇ ਆ ਵੀ ਕਿਸੇ ਵੀ ਗੱਲ ਦੇ ਲਈ, ਇਸ ਲਈ ਕਹਿੰਦੇ ਵੀ ਅਸੀਂ ਕਿਸੇ ਵੀ ਗੱਲ ਲਈ ਫਿਰ ਕਰ ਸਕਦੇ ਹਾਂ, ਲੇਕਿਨ ਇਸ ਪ੍ਰਾਰਥਨਾ ਕਰਨ ਵਾਲੇ ਬੰਦੇ ਨੂੰ ਇਸ ਚੀਜ਼ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ, ਜਿਸ ਪਰਮੇਸ਼ਵਰ ਦੇ ਨਾਲ ਉਹ ਗੱਲ ਕਰਨ ਜਾ ਰਿਹਾ ਹੈ ਉਸ ਪਰਮੇਸ਼ਵਰ ਨੇ ਨਵੇਂ ਜਨਮ ਦੇ ਵਸੀਲੇ ਇਹਨੂੰ ਆਪਣਾ ਪੁੱਤਰ ਕਰਾਰ ਦੇ ਦਿੱਤਾ ਹੈ। ਕੀ ਕੀਤਾ ਭਲਾ? ਪੁੱਤਰ ਕਰਾਰ ਦੇ ਦਿੱਤਾ ਹੈ। ਪਰਮੇਸ਼ਵਰ ਦੇ ਘਰ 'ਚ ਜਨਮ ਲੈਣ ਦਾ ਕਰਕੇ ਹੁਣ ਇਹ ਸੰਸਾਰਿਕ ਨਹੀਂ ਆ, ਹੁਣ ਇਹ ਸਰੀਰਕ ਵੀ, ਬੇਸ਼ੱਕ ਸਰੀਰ ਦੇ ਵਿੱਚ ਜਿਵੇਂ ਪਲੂਸ ਕਹਿੰਦਾ ਬੇਸ਼ੱਕ ਮੈਂ ਸਰੀਰ ਦੇ ਵਿੱਚ ਵੀ ਹਾਂ ਪਰ ਮੈਂ ਸਰੀਰ ਦੀ ਸੁਣਦਾ ਨਹੀਂ ਹਾਂ। ਸੋ ਹੁਣ ਪਰਮੇਸ਼ਵਰ ਦੇ ਘਰ ਵਿੱਚ ਜਨਮ ਹੋਣ ਦਾ ਕਰਕੇ ਇਹਦਾ ਸਿਸਟਮ ਜਿਹੜਾ ਸਾਰਾ ਚੇਂਜ ਹੋ ਗਿਆ ਹੈ। ਜਦੋਂ ਇਹਦਾ ਜਨਮ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਸੀ ਹੋਇਆ ਉਦੋਂ ਤੱਕ ਇਹਦੇ ਲਈ ਉਹ ਸਰਵ ਸ਼ਕਤੀਮਾਨ ਕੀ ਸੀਗਾ? ਪਰਮੇਸ਼ਵਰ ਸੀਗਾ। ਉਹਦੇ ਘਰ 'ਚ ਜਨਮ ਲੈਣ ਦੇ ਨਾਲ ਸਾਰੇ ਸਿਸਟਮ ਬਦਲ ਗਿਆ। ਹੁਣ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੁਨੀਆ ਦਾ ਆਇਆ, ਸਾਡਾ ਬਾਪ ਹੋ ਗਿਆ। ਹਾਲੇਲੂਇਆ। ਹੁਣ ਕਿੱਦਾਂ ਹੋ ਗਿਆ ਭਲਾ? ਬਾਪ ਪਹਿਲਾਂ ਕਿੱਦਾਂ ਗੱਲ ਕਰਦਾ ਸੀ ਉਹਨੂੰ ਪਰਮੇਸ਼ਵਰ ਸਮਝ ਕੇ, ਲੇਕਿਨ ਹੁਣ ਇਹਨੇ ਜਦੋਂ ਉਹਦੇ ਨਾਲ ਗੱਲ ਕਰਨੀ ਹੈ ਤੇ ਹੁਣ ਇਹਨੇ ਇਸ ਤਰੀਕੇ ਨਾਲ ਗੱਲ ਕਰਨੀ ਹੈ ਵੀ ਤੂੰ ਮੇਰਾ ਪਿਤਾ ਹੈ ਤੇ ਮੈਂ ਤੇਰਾ ਕੀ ਹਾਂ? ਪੁੱਤਰ। ਤੇ ਪੁੱਤਰ ਦਾ ਗੱਲ ਕਰਨ ਦਾ ਅੰਦਾਜ਼ ਜਿਹੜਾ ਹੈ ਉਹ ਵੱਖਰਾ ਹੁੰਦਾ ਹੈ ਤੇ ਦਾਸ ਦਾ ਕੰਮ ਗੱਲ ਕਰਨ ਦਾ ਅੰਦਾਜ਼ ਵੱਖਰਾ ਹੈ। ਸੋ ਇਹ ਦਾਸਤਵ ਤੋਂ ਉੱਠ ਕੇ ਹੁਣ ਉਹਦੇ ਪੁੱਤਰ ਦੇ ਮੁਕਾਮ ਤੱਕ ਪਹੁੰਚ ਗਿਆ ਹੈ। ਸੋ ਜਦੋਂ ਪੁੱਤਰ ਨੇ ਗੱਲ ਕਰਨੀ ਆ ਤੇ ਪੁੱਤਰ ਦਾ ਜਨਮ ਸਵਰਗ ਆ। ਪੁੱਤਰ ਨੇ ਪਰਮੇਸ਼ਵਰ ਦੇ ਘਰ ਦੇ ਵਿੱਚ ਜਨਮ ਲਿਆ ਆ। ਹੁਣ ਪੁੱਤਰ ਪਰਮੇਸ਼ਵਰ ਦੇ ਘਰ ਦੀਆਂ ਚੀਜ਼ਾਂ ਨੂੰ ਮੰਗੂਗਾ, ਪੁੱਤਰ ਸਵਰਗੀਆਂ ਚੀਜ਼ਾਂ ਨੂੰ ਮੰਗੂਗਾ, ਪੁੱਤਰ ਉਤਰੀਆਂ ਚੀਜ਼ਾਂ ਦੀ ਕਾਮਨਾ ਕਰੂਗਾ। ਪੁੱਤਰ ਨੇ ਹੁਣ ਪੁੱਤਰ ਹੁੰਦਿਆਂ ਹੋਇਆਂ ਸੰਸਾਰਿਕ ਚੀਜ਼ਾਂ ਦੀ ਕਾਮਨਾ ਨਹੀਂ ਕਰ ਸਕਦਾ। ਜੇ ਸੰਸਾਰਿਕ ਚੀਜ਼ਾਂ ਦੀਆਂ ਗੱਲਾਂ ਕਰਦਾ ਤੇ ਫਿਰ ਇਹ ਸੰਸਾਰਿਕ ਪੁੱਤਰ ਆ, ਆਤਮਿਕ ਪੁੱਤਰ, ਕਿਉਂਕਿ ਆਤਮਾ ਤੇ ਆਤਮਿਕ ਗੱਲਾਂ ਨੂੰ ਲੋਚੇਗਾ ਨਾ ਕਿ ਸਰੀਰ ਦੀਆਂ ਗੱਲਾਂ ਨੂੰ। ਸੋ ਇਹਦੀ ਪਹਿਚਾਣ ਇਸੇ ਤਰ੍ਹਾਂ ਹੋਣੀ ਹੈ ਵੀ ਨਵਾਂ ਜਨਮ ਪਾਇਆ ਹੋਇਆ ਵੀ ਆ ਕਿ ਨਹੀਂ। ਇਹਦੇ ਨਵੇਂ ਜਨਮ ਦੀ ਪਹਿਚਾਣ ਇਸੇ ਚੀਜ਼ ਤੋਂ ਹੋਣੀ ਹੈ ਵੀ ਨਵਾਂ ਜਨਮ ਪਾਇਆ ਹੋਇਆ ਤੇ ਨਵੀਆਂ ਗੱਲਾਂ ਦੀ ਖੋਜ 'ਚ ਰਹੂਗਾ ਤੇ ਪੁਰਾਣਾ ਜਨਮ ਜਿਹਦਾ ਹੈਗਾ ਤੇ ਫਿਰ ਪੁਰਾਣੀਆਂ ਗੱਲਾਂ ਦੀ ਖੋਜ ਦੇ ਵਿੱਚ ਬਣਿਆ ਰਹੂਗਾ। ਸੋ ਇਸ ਲਈ ਇੱਥੇ ਇਹ ਸ਼ਬਦ ਨੂੰ ਅਸੀਂ ਉਸ ਤਰੀਕੇ ਦੇ ਨਾਲ ਜੋੜ ਨਹੀਂ ਸਕਦੇ ਕਿਸੇ ਵੀ ਗੱਲ ਦੇ ਲਈ, ਕਿਉਂਕਿ ਇਹਦਾ ਜਨਮ ਆਤਮਿਕ ਆ। ਇਸ ਕਰਕੇ ਹੁਣ ਆਤਮਿਕ ਗੱਲ ਜਿਹੜੀ ਉਹ ਕੋਈ ਵੀ ਹੋ ਸਕਦੀ ਹੈ। ਆਤਮਿਕ ਤੌਰ ਤੇ ਕਿਸੇ ਵੀ ਗੱਲ ਦੇ ਲਈ ਪਰਮੇਸ਼ਵਰ ਦੇ ਕੋਲੋਂ ਮੰਗੂਗਾ ਤੇ ਪਰਮੇਸ਼ਵਰ ਦਾ ਵਚਨ ਇਹ ਵਾਅਦਾ ਕਰਦਾ ਵੀ ਇਹ ਉਹਦੇ ਲਈ ਹੋ ਜਾਊਗਾ। क्योंकि यहाँ 2 या 3 मेरे नाम में इकट्ठे होते हैं वहां मैं उनके बीच में होता हूं। 2 या 3 मेरे नाम में, ਉੱਪਰ ਲਿਖਿਆ ਇੱਕ ਮਨ। ਇਹਦਾ ਮਤਲਬ ਇਕੱਠੇ ਹੋਣ ਦੇ ਵੀ ਕੰਡੀਸ਼ਨਾਂ ਪਰਮੇਸ਼ਰ ਦੱਸਦੀਆਂ ਵੀ ਇਕੱਠੇ ਤੁਸੀਂ ਭਾਵੇਂ 500 ਬੰਦਾ ਹੋ ਜਾਓ, 2-3 ਨੂੰ ਛੱਡੋ, ਭਾਵੇਂ 1000 ਬੰਦਾ ਹੋ ਜਾਓ, ਜੇ ਤੁਸੀਂ ਇੱਕ ਮਨ ਨਹੀਂ ਤੇ ਫਿਰ ਕੋਈ ਫਾਇਦਾ ਨਹੀਂ, ਫਿਰ ਨਹੀਂ ਸੁਣੀ ਜਾਣੀ, ਕਿਉਂਕਿ ਤੁਸੀਂ ਇੱਕ ਮਨ ਹੀ ਨਹੀਂਗੇ। ਆਪਸ ਵਿੱਚ ਖਾਰ ਆ, ਵੈਰ ਆ, ਵਿਰੋਧ ਹੈ, ਇਸ ਕਰਕੇ ਪਰਮੇਸ਼ਵਰ ਨੇ ਸੁਣਨੀ ਨਹੀਂ ਹੈ। ਤੇ ਉੱਥੇ ਉਹਨੇ ਕੰਡੀਸ਼ਨ ਰੱਖ ਦਿੱਤੀ ਹੈ ਵੀ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ? ਇੱਕ ਮਨ। ਹੁਣ ਤਾਂ ਕਹਿੰਦਾ 2 ਜਾਂ 3 ਮੇਰੇ ਨਾਮ 'ਚ ਇਕੱਠੇ ਹੋਵੋ। ਤੇ ਹੁਣ ਜੇ ਅਸੀਂ ਵੱਖਰੇ ਵੱਖਰੇ ਨਾਮਾਂ 'ਚ ਇਕੱਠੇ ਹੋਏ ਜੀ ਤੇ ਅੱਜ ਕਲੀਸਿਆ ਵਿੱਚ ਬਹੁਤੇ ਸਾਰੇ ਲੋਕੀ ਤਾਂ ਆਪਣੇ ਨਾਮ ਦੇ ਘਮੰਡ ਨੂੰ ਲੈ ਕੇ ਇਕੱਠੇ ਹੁੰਦੇ। ਮੈਂ ਪਰਮੇਸ਼ਵਰ 'ਚ ਬੜਾ ਵਧੀਆ ਚੱਲਦਾ, ਮੈਂ ਤਾਂ ਆਇਆ ਤੇ ਮੈਂ ਤਾਂ ਇਹ ਤੇ ਕੌਣ ਆ? ਠੀਕ ਹੈ ਨਾ। ਜਾਂ ਸਾਨੂੰ ਇਹ ਘਮੰਡ ਹੁੰਦਾ ਮੈਂ ਫਲਾਣੇ ਬੰਦੇ ਦਾ, ਫਲਾਣੇ ਉਸਤਾਦ ਦਾ ਸ਼ਾਗਿਰਦ ਆ ਤੇ ਇਹ ਕੀ ਹੈ? ਇਹ ਤੇ ਐਵੇਂ ਨਿਲ ਜਾਈ ਆ। ਸੋ ਐਸੀਆਂ ਚੀਜ਼ਾਂ ਜਦੋਂ ਲੈ ਕੇ ਅਸੀਂ ਬੈਠੇ ਹਾਂ ਤਾਂ ਮਤਲਬ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਕੱਠੇ ਨਹੀਂ ਹੋਏ ਕਿ ਅਸੀਂ ਆਪਣੇ ਹੀ ਨਾਮ ਦੇ ਵਿੱਚ ਇਕੱਠੇ ਹਾਂ। ਤੇ ਜੇ ਅਸੀਂ ਆਪਣੇ ਨਾਮ ਦੇ ਵਿੱਚ ਇਕੱਠੇ ਹੋ ਕੇ ਬੈਠੇ ਤਾਂ ਵੀ ਪਰਮੇਸ਼ਵਰ ਸਾਡੀ ਸੁਣੂਗਾ ਨਹੀਂ। 21 ਆਇਤ। ਤਬ ਪਤਰਸ ਬੜਾ ਸ਼ਰਾਰਤੀ ਸੀਗਾ। ਹੁਣ ਪਤਰਸ ਦੀ ਗੱਲ ਸੁਣ ਲਓ। ਯਿਸੂ ਮਸੀਹ ਬੜੀ ਵਧੀਆ ਗੱਲ ਸੁਣਾਉਣ ਡਿਆ। ਨੰਬਰ 1 ਤੇ ਇਹ ਆ ਵੀ ਤੁਸੀਂ ਇੱਕ ਮਨ ਹੋ ਕੇ ਫਿਰ ਤੁਸੀਂ ਮੇਰੇ ਨਾਮ ਦੇ ਇਕੱਠੇ ਹੋ ਕੇ ਜੇ ਮੰਗੋਗੇ। ਤੇ ਪਤਰਸ ਨੇ ਫਟਾਫਟ ਗੱਲ ਨੂੰ ਭਾਂਪਦੇ ਹੋਏ ਆਪਣੀ ਗੱਲ ਵਿੱਚ ਰੱਖ ਦਿੱਤੀ। ਕੀ ਕਹਿੰਦਾ ਆ? तब पत्र से पास आकर उससे कहा, प्रभु यदि मेरा भाई अपराध करे तो मैं कितनी बार उसे क्षमा करूं? क्या 7 बार तक? ਹੁਣ ਇਹਨੂੰ ਇੱਕ ਗੱਲ ਦਾ ਪਤਾ ਲੱਗਿਆ। ਉੱਪਰ ਪ੍ਰਭੂ ਕਹਿੰਦਾ ਭਲਾ ਜਿੱਥੇ ਇਕੱਠੇ ਹੋਣਾ ਕਿੱਦਾਂ ਹੋਣਾ? ਇੱਕ ਮਨ। ਹੁਣ ਭਰਾ ਨਾਲ ਵਿਗੜੀ ਤੇ ਇੱਕ ਮਨ ਕਿੱਦਾਂ ਇਕੱਠੇ ਹੋਵਾਂਗੇ? ਭਰਾ ਦੇ ਨਾਲ ਵਿਗੜੀ ਫੇਰ ਤੇ ਇੱਕ ਮਨ ਹੁੰਦੇ ਨਾ, ਉੱਥੇ ਬਹਿ ਸਕਦੇ। ਹੁਣ ਭਰਾ ਵੀ ਮਸੀਹ ਦੇ ਵਿੱਚ ਕਹਿੰਦਾ ਮੈਂ ਵੀ ਮਸੀਹ ਦੇ ਵਿੱਚ ਆ, ਇਹ ਵੀ ਕਹਿੰਦਾ ਮੈਂ ਵੀ ਮਸੀਹ ਦੇ ਵਿੱਚ ਆ। ਭਰਾ ਵੀ ਕਹਿੰਦਾ ਮਸੀਹ ਦੇ ਨਾਮ 'ਚ ਇਕੱਠਾ ਹੋ ਕੇ ਆਇਆ, ਇੱਕ ਮਨ ਹੋ ਗਿਆ, ਇਹ ਵੀ ਕਹਿੰਦਾ ਹਨ। ਹੁਣ ਇਹਨੇ ਸਮਝ ਲਿਆ ਵੀ ਭਰਾ ਭਰੂਆਂ ਨਾਲ ਵਿਗੜੀ ਤੇ ਰਹਿੰਦੀ ਹੈ ਤੇ ਫਿਰ ਇੱਥੇ ਇਹਦੇ ਕੋਲ ਇੱਕ ਇਜਾਜ਼ਤ ਲੈ ਲਈਏ, ਪਹਿਲਾਂ ਇਹਦੇ ਮੂੰਹ ਖਾ ਲਈਏ, ਕੱਲ ਨੂੰ ਅਸੀਂ ਬੁਰੇ ਤੇ ਨਹੀਂ ਨਾ ਪਵਾਂਗੇ।
ਅਸੀਂ ਬੁਰੇ ਨਹੀਂ ਪਵਾਂਗੇ। ਇਹਨੇ ਝੱਟ ਫਟਾਫਟ ਗੱਲ ਕੀਤੀ ਵੀ ਇਸ ਤੋਂ ਪਹਿਲਾਂ ਕਿ ਇੱਕ ਮਨ ਵਾਲੇ ਪਾਸੇ ਜਾਈਏ, ਇਸ ਤੋਂ ਪਹਿਲਾਂ ਕਿ ਅਸੀਂ ਇਹਦੇ ਨਾਮ 'ਚ ਇਕੱਠੇ ਹੋਈਏ, ਇਹਦੇ ਕੋਲ ਹੀ ਇਹਦੇ ਮੂੰਹੋਂ ਕਹਾ ਲੈਂਦੇ ਤਾਂ ਕਿ ਫਿਰ ਸਾਨੂੰ ਛੂਟ ਮਿਲ ਜੂਗੀ। ਤੇ ਕੀ ਕਹਿੰਦਾ ਫਟਾਫਟ, ਕਹਿੰਦਾ ਵੀ ਪ੍ਰਾਰਥਨਾ ਦੀ ਗੱਲ ਤੇ ਬਾਅਦ ਕਰਦੇ, ਪਹਿਲਾਂ ਇਹ ਦੱਸ ਦੇ ਮੈਨੂੰ ਵੀ ਜੇ ਮੇਰਾ ਭਰਾ ਕਿੰਨੀ ਵਾਰੀ ਮੇਰਾ ਅਪਰਾਧ ਕਰੇ ਤੇ ਮੈਂ ਉਹਨੂੰ क्षमा ਕਰਾਂ। ਤੇ ਗਿਣਤੀ ਵੀ ਆਪ ਹੀ ਕਰਕੇ ਕਾਉਂਟੀ ਕੁੰਟੀ ਕਰਕੇ ਆਪ ਹੀ ਦੱਸਣ ਡਿਆ। ਕਹਿੰਦਾ ਕੀ 7 ਵਾਰੀ, ਜਾਨੀ ਕਿ ਜਲਦੀ ਛੁਟਕਾਰਾ ਲੱਭ ਲਿਆ ਵੀ 7 ਵਾਰੀ ਕਰ ਦੋਗੇ ਤੇ 7 ਵਾਰੀ ਤੱਕ ਮਾਫ ਕਰ ਦੇਵਾਂਗੇ ਫਟਾਫਟ ਜਲਦੀ ਜਲਦੀ। ਤੇ ਬਾਅਦ 8ਵੀਂ ਵਾਰੀ ਜਾਓਗੇ ਤੂੰ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ। ਹੁਣ ਪ੍ਰਭੂ ਨੇ ਤਾਂ ਕਿਹਾ ਸੀਗਾ ਵੀ 7 ਵਾਰੀ। ਤੇ ਪ੍ਰਭੂ ਮਨ ਦੀਆਂ ਸੋਚਾਂ ਨੂੰ ਜਾਣਨ ਵਾਲਾ ਪ੍ਰਭੂ, ਤੇ ਉਹਨੇ ਉੱਥੇ ਫੜ ਲਈ ਇਹਦੀ ਸੋਚ ਨੂੰ ਫੜ ਦੇਣਾ। ਕੀ ਕਹਿੰਦਾ, ਕਹਿੰਦਾ 7 ਦੀ 70 ਗੁਣਾ। ਫਿਰ ਪਤਰਸ ਵਿਚਾਰਾ ਸ਼ਰਮਿੰਦਾ ਹੋ ਗਿਆ ਨਾ, ਇਹ ਤੇ ਸਾਰੀ ਉਮਰ ਹੀ ਲੰਘ ਜਾਣੀ ਹਨਾ, ਇਹ ਤੇ ਸਾਰੀ ਉਮਰ ਦਾ ਹੀ ਕੰਮ ਹੋ ਗਿਆ। सो भावना समझ गया। यीशु ने उससे कहा मैं तुझसे ये नहीं कहता कि 7 बार वरन 7 बार के 70 गुणा। सो कंडीशन आ गई है हुण प्रभु दियां गल्लां नूं जद असीं सुणदे आ साडे अंदर कई बारी उस समय ते चलाकीआं चलदियां। जिद्दां अज कई बारी के लोकां समझाउने ना, जे असीं शराब दे ते बोलदे आ ते उहनां दे मन च आउंदी वो फलानी थां ते लिखिआ ते हैगा भी बाहले मत वाले ना बनो। हाँ जी, फटाफट उन्होंने सोचा इधर चलदियां। प्रभु की है भला, प्रभु साडे मनां दी सोचां नूं जानण वाला। कहंदा पुੱਤ ਇੱਥੇ भी तेरी गल बननी, ਇਹ दाल तेरी गल नहीं। हाँ तू अपनी मर्जी नाल ਚੱਲਣਾ, ਫੇਰ ਤੇਰੇ ਉੱਤੇ ਕੋਈ ਬੰਦਿਸ਼ ਨਹੀਂ, ਕਿਉਂਕਿ ਤੂੰ ਗੁਲਾਮ ਨਹੀਂ ਆ ਤੇ ਨਾ ਮੈਂ ਤੈਨੂੰ ਗੁਲਾਮ ਰੱਖਣਾ ਆ। ਪਰ ਜੇ ਤੂੰ ਬਚਨ ਦੇ ਨਾਲ ਤੋਲਣ ਦੀ ਕੋਸ਼ਿਸ਼ ਕਰੂੰਗਾ ਫੇਰ ਤੂੰ ਬਚ ਸਕਦਾ ਨਹੀਂ ਆ। ਕੁਲਸੀਓਂ ਉਹਦਾ 1 ਅਧਿਆਇ ਦੀ 9 ਆਇਤ ਤੋਂ ਅਸੀਂ ਹੁਣ ਸਿੱਖਾਂਗੇ ਥੋੜਾ ਥੋੜਾ ਕਰਕੇ ਕਿ ਵਚਨ ਅਨੁਸਾਰ ਅਸੀਂ ਅੱਜ ਕੀ ਸਿੱਖਣ ਜਾ ਰਹੇ ਹਾਂ। लिखा इसलिए जिस दिन से ये सुना हम भी तुम्हारे लिए ये प्रार्थना करने और विनती करने से नहीं चुकते। की करने जी? प्रार्थना करन ते बेनती करन तो नहीं चुकते। हाँ ते 8 आयत नूं भी पढ़ लईए भी की इन्हां दी खूबी की सीगी, असीं पढ़ लवांगे 8 आयत भी जे अगर किसी मिल गई है। कुलसी ना खाते 1 अध्याय दी 8 आयत। उसी ने तुम्हारे प्रेम को जो आत्मा में है। हाँ किहड़े कादे विच प्रेम भला? आत्मा। किहड़ा प्रेम है? आत्मा में। साडा प्रेम किहड़ा है? साडा दिखावे दा ही। क्योंकि शरीरक प्रेम ते आत्मिक प्रेम दे विच बड़ा फर्क है। जिहड़ा आत्मिक प्रेम ये खत्म नहीं हुंदा। आत्मिक प्रेम दे दा इन्हां चीज़ां नाल कोई मतलब नहींगा कि सवेरे भाई राजपूर मेरे नाल थोड़ा जिहा टेढ़ा बोल गया सी। आत्मिक प्रेम की कहंदा ये जिन्ना मर्जी टेढ़ा बोल गया होवे तू अपने मन दे विच कड़वाहट ते शरीरक प्रेम की है, इहदी जुड़त किद्दां होई इदां बोल गया। ये कौन हुंदा, कौन है ये हना? ये सारे विचार फिर आउंदे। आत्मिक प्रेम दे विच ये विचार नहीं, क्योंकि आत्मिक प्रेम आत्मावां दे पिता वल्लों दे दिंदा है। ਉਹ ਪ੍ਰੇਮ ਜਿਹਨੂੰ ਯਿਸੂ ਮਸੀਹ ਪ੍ਰਗਟ ਕਰਦਿਆਂ ਹੋਇਆਂ ਜਦੋਂ ਵਾਪਸ ਜਾਂਦਾ ਹੈ ਤੇ ਫਰਿਸ਼ਤੇ ਕਹਿੰਦੇ ਵੀ ਇਹ ਜ਼ਖਮ ਕਿੱਥੋਂ ਲੈ ਕੇ ਆਇਆ? ਕਹਿੰਦਾ ਆਪਣੇ ਪ੍ਰੇਮੀਆਂ ਦੇ ਪ੍ਰੇਮ ਦੀ ਨਿਸ਼ਾਨੀ ਨੂੰ ਲੈ ਕੇ ਆਇਆ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹ ਉਹਨਾਂ ਨੂੰ ਆਪਣੇ ਦੁਸ਼ਮਣ ਮੰਨਦਾ ਨਹੀਂ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਸਲੀਬ ਤੇ ਲਟਕਿਆ, ਕਹਿੰਦਾ ਇਹ ਬਾਪ ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਜਾਣਦੇ ਨਹੀਂ ਕਿ ਕੀ ਕਰਦੇ ਪਏ ਆ। ਇੰਨਾ ਕੁਛ ਕਰਦੇ ਪਏ ਆ ਤੇ ਉਹ ਕੀ ਕਹਿੰਦਾ, ਇਹ ਜਾਣਦੇ ਹੀ ਨਹੀਂ ਕਿ ਇਹ ਕੀ ਕਰਦੇ ਪਏ। ਤੇ ਹੁਣ ਪੁੱਤਰਾਂ ਨੇ ਜਿਹੜੇ ਉਹ ਬੈਠਾ ਸੀ ਛੋਟੇ ਆ ਤੇ ਸਾਡਾ ਕੀ ਆ ਗਿਆ, ਅਸੀਂ ਵੀ ਉਹ ਕੁਛ ਕਹਿਣਾ ਜੋ ਫਿਰ ਉਹਨੇ ਕਿਹਾ ਆ, ਫੇਰ ਹੀ ਪੁੱਤਰ ਦੇ ਦਰਜੇ ਤੋਂ ਪ੍ਰਾਪਤ ਹੋਵਾਂਗੇ ਨਾ। ਤੇ ਜੇ ਅਸੀਂ ਇਹ ਤੋਂ ਪਰੇ ਹਟਦੇ ਆ ਤੇ ਫਿਰ ਅਸੀਂ ਪਲੋਠੇ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਦੇ ਪਏ, ਫਿਰ ਅਸੀਂ ਉਹਦੀ ਚਾਲ ਦੇ ਉੱਤੇ ਚੱਲਦੇ ਪਏ, ਫਿਰ ਅਸੀਂ ਉਹਨੂੰ ਫਾਲੋ ਨਹੀਂ ਕਰ ਰਹੇ ਹਨਾ। ਤੇ ਜੇ ਅਸੀਂ ਉਹਨੂੰ ਨਹੀਂ ਫਾਲੋ ਕਰ ਰਹੇ ਤੇ ਫਿਰ ਗੱਲ ਹੀ ਖਤਮ। ਫਿਰ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਉਹਦੇ ਨਾਮ 'ਚ ਇਕੱਠੇ ਹੁੰਦੇ ਆ ਜਾਂ ਅਸੀਂ ਉਹਦੀ ਇੱਛਾ ਨੂੰ ਪੂਰਾ ਕਰਦੇ। ਜੋ ਉਹਨੇ ਨਮੂਨਾ ਦਿੱਤਾ ਆ ਉਹ ਅਸੀਂ ਪੂਰਾ ਕਰਨਾ ਆ। ਪਹਿਲਾਂ ਸਭ ਤੋਂ ਪਹਿਲਾਂ ਪੁੱਤਰਾਂ ਨੇ ਕਿੱਦਾਂ ਚੱਲਣਾ ਆ, ਆਪਣੇ ਹੀ ਇਕਲੌਤੇ ਪੁੱਤਰ ਨੂੰ ਇਸ ਸੰਸਾਰ ਦੇ ਵਿੱਚ ਨਮੂਨਾ ਕਰਕੇ ਦਿੱਤਾ, ਐਦਾਂ ਚੱਲਣਾ ਆ। ਤੇ ਉਹ ਨਮੂਨਾ ਜਿਹਨੇ ਦਿੱਤਾ ਆ ਉਹਨੇ ਲਿਖਿਆ ਕੋਈ ਗਿਲਾ ਸ਼ਿਕਵਾ ਕੀਤਾ, ਉਹਨੇ ਆਪਣੇ ਸਤਾਉਣ ਵਾਲਿਆਂ ਨੂੰ ਕੋਈ ਸਰਾਪ ਵੀ ਦਿੱਤਾ ਨਹੀਂ, ਉਹਨੇ ਉਹਨਾਂ ਨੂੰ ਕੋਈ ਬੁਰਾ ਭਲਾ ਵੀ ਕਿਹਾ ਨਹੀਂ ਆ, ਨਾ ਉਹਨਾਂ ਵੱਲ ਗੁੱਸੇ ਨਾਲ ਹੀ ਦੇਖਿਆ, ਬਲਕਿ ਕੀ ਕਹਿੰਦਾ, ਇਹ ਪਿਤਾ ਇਹਨਾਂ ਨੂੰ ਮਾਫ ਕਰ ਕਿਉਂਕਿ ਇਹ ਜਾਣਦੇ ਨਹੀਂ ਆ ਕਿ ਇਹ ਕੀ ਕਰਦੇ ਆ। ਇਹਦਾ ਮਤਲਬ ਹੁਣ ਜਦੋਂ ਕੋਈ ਸਾਨੂੰ ਸਤਾਉਂਦਾ ਤੇ ਫਿਰ ਸਾਡੇ ਮਨ 'ਚ ਵੀ ਕਿਹੜੀ ਭਾਵਨਾ ਆਉਣ ਦੀ ਜ਼ਰੂਰਤ ਆ ਭਲਾ? ਇਹਨਾਂ ਨੂੰ ਪਤਾ ਹੀ ਨਹੀਂ ਆ ਕਿਉਂਕਿ ਇਹ ਜਾਣਦੇ ਨਹੀਂ ਆ ਕਿ ਇਹ, ਤੇ ਸਾਡਾ ਤਾਂ ਕੰਮ ਉਲਟਾ ਹੀ ਹੁੰਦਾ ਹੈ। ਅਸੀਂ ਤਾਂ ਮਤਲਬ ਉੱਥੇ ਇੱਥੇ ਆ ਫਿਰ ਅਸੀਂ ਕਿਹੜੇ ਮੂੰਹ ਦੇ ਨਾਲ ਬੈਠ ਕੇ ਪ੍ਰਾਰਥਨਾ ਕਰਾਂਗੇ? ਤੇ ਫਿਰ ਅਸੀਂ ਇਹ ਕਿੱਦਾਂ ਸੋਚਦੇ ਹਾਂ ਵੀ ਸਾਡੀ ਪ੍ਰਾਰਥਨਾ ਸੁਣੀ ਜਾਊਗੀ?
ਅਸੀਂ ਗਿਲੇ ਕਰਦੇ ਹਾਂ, ਲੈ ਪ੍ਰਭੂ ਜੀ 20 ਸਾਲ ਤੇਰੇ 'ਚ ਚੱਲਦਿਆਂ ਨੂੰ ਹੋ ਗਿਆ, ਕਦੀ ਕੋਈ ਐਤਵਾਰ ਮਿਸ ਨਹੀਂ ਕੀਤਾ। ਡੇਲੀ ਤੂੰ ਕਹੇ ਪ੍ਰਾਰਥਨਾ ਕਰੋ, ਸਵੇਰੇ ਉੱਠਦੇ ਪ੍ਰਾਰਥਨਾ ਕਰਦੇ, ਜਦੋਂ ਟਾਈਮ ਲੱਗਦਾ ਉਦੋਂ ਪ੍ਰਾਰਥਨਾ ਕਰਦੇ, ਤੇਰਾ ਵਚਨ ਵੀ ਪੜ੍ਹਦੇ ਆ, ਹੋਰ ਵੀ ਕਿਤੇ ਵਿੱਚ ਹਫ਼ਤੇ 'ਚ ਕਿਤੇ ਬੰਦਗੀ ਵਗੈਰਾ ਹੁੰਦੀ ਤੇ ਉੱਥੇ ਵੀ ਚਲੇ ਜਾਂਦੇ ਆ, ਤੇ ਤੂੰ ਪ੍ਰਾਰਥਨਾ ਨਹੀਂ ਸੁਣਦਾ ਹਨਾ। ਤੇ ਅਸੀਂ ਜਿਹੜੇ 2-4 ਜੇ ਕੰਮ ਕਰਦੇ ਆ ਮਤਲਬ ਰੂਟੀਨ ਜਿਹੇ ਵਾਲੇ, ਉਹ ਅਸੀਂ ਗਣਾ ਕੇ ਤੇ ਕਰਦੇ। ਪ੍ਰਭੂ ਕਹਿੰਦਾ ਨਾ, ਇਹਦੇ ਨਾਲ ਨਾਲ ਅਜੇ ਬੜਾ ਕੁਛ ਸੀਗਾ ਜਿਹੜਾ ਤੇਰੀਆਂ ਦੁਆਵਾਂ 'ਚ ਕੀ ਬਣ ਕੇ ਬੈਠਾ, ਭਲਾ ਅੜਚਨ ਬਣ ਕੇ ਬੈਠਾ ਆ। ਇਹਨਾਂ ਨੂੰ ਦੂਰ ਕਰ ਤੇ ਫਿਰ ਤੇਰੀ ਪ੍ਰਾਰਥਨਾ ਜਿਹੜੀ ਮੇਰੇ ਹਜ਼ੂਰ ਪਹੁੰਚੂਗੀ, ਕਿਉਂਕਿ ਪਵਿੱਤਰ ਖੁਦਾ ਪਵਿੱਤਰ ਲੋਕਾਂ ਦੀ ਦੁਆ ਤੋਂ ਕਦੇ ਕੰਨ ਫੇਰਦਾ, ਕਦੇ ਵੀ ਕੰਨ ਨਹੀਂ ਫੇਰਦਾ। ਇਸ ਕਰਕੇ ਲਿਖਿਆ, ਇਸ ਲਈ ਜਿਸ ਦਿਨ ਸੇ ਇਹ ਸੌਰੀ ਪਹਿਲਾਂ 8 ਨੂੰ ਆਇਤ ਨੂੰ ਪੜ੍ਹਨ 'ਚ ਕੀ ਹੈ, ਜੇ ਨੇ ਤੁਹਾਡਾ ਉਹ ਪ੍ਰੇਮ ਵੀ ਜੋ ਆਤਮਾ ਤੋਂ ਹੈ ਸਾਨੂੰ ਦੱਸਿਆ। ਉਹ ਪ੍ਰੇਮ ਜਿਹੜਾ ਕਿਤੋਂ ਭਲਾ, ਆਤਮਾ, ਯਾਨੀ ਕਿ ਕਲੀਸਿਆ ਨੇ ਕਿਹੜਾ ਪ੍ਰੇਮ ਕਰਦੇ ਭਲਾ, ਇਹ ਉਹ ਪ੍ਰੇਮ ਕਰਦੇ ਜਿਹੜਾ ਆਤਮਾ ਤੋਂ ਆ। ਇਹ ਸੰਸਾਰ ਵਾਲਾ ਪ੍ਰੇਮ ਕਲੀਸਿਆ ਦੇ ਨਾਲ ਨਹੀਂ ਕਰਦੇ, ਬਲਕਿ ਕਿਹੜਾ ਪ੍ਰੇਮ ਕਰਦੇ ਆ, ਆਤਮਾ ਤੋਂ। ਜਦੋਂ ਇਹਨਾਂ ਦੇ ਇਸ ਆਤਮਾ ਦੇ ਪ੍ਰੇਮ ਦੀ ਚਰਚਾ ਹੋਈ ਨਾ, ਤੇ ਚਰਚਾ ਦੂਰ ਦੂਰ ਤੱਕ ਫੈਲੀ। ਆਤਮਾ ਦੇ ਪ੍ਰੇਮ ਦੀ ਚਰਚਾ ਕਿੱਥੋਂ ਤੱਕ ਫੈਲੀ, ਦੂਰ ਦੂਰ ਤੱਕ ਫੈਲੀ। ਉਹਨਾਂ ਦਾ ਪ੍ਰੇਮ ਨਿਸ਼ਕਪਟ ਪ੍ਰੇਮ ਆ। ਉਹਨਾਂ ਦੇ ਪ੍ਰੇਮ ਦੇ ਵਿੱਚ ਕੋਈ ਲਾਲਸਾ ਨਹੀਂ ਆ, ਉਹਨਾਂ ਦੇ ਪ੍ਰੇਮ ਦੇ ਵਿੱਚ ਕੋਈ ਮਤਲਬ ਵੀ ਨਹੀਂ ਆ। ਉਹਨਾਂ ਦਾ ਪ੍ਰੇਮ ਸਵਾਰਥ ਦੇ ਨਾਲ ਭਰਿਆ ਹੋਇਆ। ਉਹਨਾਂ ਦਾ ਪ੍ਰੇਮ ਦੁਨੀਆ ਦੇ ਪ੍ਰੇਮ ਤੋਂ ਵੱਖਰਾ ਲੱਗਦਾ ਆ। ਉਹਨਾਂ ਦਾ ਪ੍ਰੇਮ ਉਹੋ ਹੀ ਪ੍ਰੇਮ ਲੱਗਦਾ ਹੈ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਸੀਗਾ। ਤੇ ਉਸ ਪ੍ਰੇਮ ਨੂੰ ਕਿਹਾ ਜਾਂਦਾ ਆਤਮਾ ਦੇ ਵੱਲੋਂ ਪ੍ਰੇਮ, ਆਤਮਿਕ ਪ੍ਰੇਮ। ਹਾਂਜੀ, ਪੜਾਂਗੇ ਪੂਰੀ ਆਇਤ ਕਰਾਂਗੇ। ਹਾਂਜੀ, ਜੇ ਨੇ ਤੁਹਾਡਾ ਉਹ ਪ੍ਰੇਮ ਵੀ ਜੋ ਆਤਮਾ ਤੋਂ ਹੈ ਸਾਨੂੰ ਦੱਸਿਆ। ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ। ਪਹਿਲਾਂ ਤੇ ਉਹ ਦੱਸਿਆ ਗਿਆ, ਫਿਰ ਕੀ ਕਹਿੰਦੇ, ਜਿਸ ਦਿਨ ਤੋਂ ਅਸੀਂ ਵੀ ਸੁਣਿਆ। ਤੇ ਇਹਦਾ ਬੜੇ ਚਰਚਾ ਹੋਈ ਨਾ ਫਿਰ। ਤੇ ਕੀ ਸਾਡੇ ਇਹੋ ਜਿਹੇ ਪ੍ਰੇਮ ਦੀ ਕਦੀ ਚਰਚਾ ਹੋਈ? ਸਾਡੀ ਤਾਂ ਨਫ਼ਰਤ ਦੀ ਚਰਚਾ ਹੁੰਦੀ ਆ। ਬੜਾ ਭੈੜਾ ਜੀ, ਉਦਾਂ ਦੇ ਆਪਣੇ ਆਪ ਨੂੰ ਬੜਾ ਧਰਮੀ ਜਿਹਾ ਸ਼ੋਅ ਕਰਦਾ, ਪਰ ਹੈਗਾ ਬੜਾ ਭੈੜਾ। ਚਰਚਾ ਉਲਟੀ ਹੁੰਦੀ ਹੈ ਨਾ। ਸੁਲੇਮਾਨ ਦੀ ਚਰਚਾ ਧੁੰਮ ਪਈ ਨਾ, ਸਮਸੂਨ ਦੀ ਦਹਿਸ਼ਤ ਪਈ ਨਾ, ਧੁੰਮ ਸੀ ਨਾ ਉਹ ਵੀ ਸਮਸੂਨ ਦੀ ਵੀ। ਉਹਦੇ ਲਾਗੇ ਨਾ ਜਾਈ, ਉਹ ਤੇ ਗੱਦੇ ਤੇ ਜਵਾੜੇ ਨਾਲ 1000 ਬੰਦਾ ਢਾਹ ਗਿਆ ਸੀ। ਧੁੰਮ ਪੈਂਦੀ ਹੈ ਨਾ, ਧਰਮੀ ਦੀ ਧੁੰਮ ਪੈ ਜਾਂਦੀ ਹੈ। ਜਿਹਦੇ ਨਾਲ ਪਰਮੇਸ਼ਵਰ ਹੋ ਕੇ ਕੰਮ ਕਰਦਾ ਨਾ, ਉਹਦੀ ਕੀ ਪੈਂਦੀ ਭਲਾ, ਧੁੰਮ ਪੈ। ਦੂਰ ਦੂਰ ਤੱਕ ਧੁੰਮ ਪੈ ਜਾਂਦੀ, ਤੇ ਉਹ ਧੁੰਮ ਜਿਹੜੀ ਉਹ ਸੱਚੀ ਹੁੰਦੀ ਹੈ। ਇਸ ਕਰਕੇ ਉਹਨਾਂ ਕਿਹਾ ਵੀ ਹੁਣ ਇਹਦੇ ਲਾਗੇ ਜਾਣਾ ਔਖਾ ਕੰਮ ਹੈ, ਇਹਨੂੰ ਤੇ ਕਿਸੇ ਚੱਕਰ ਦੇ ਜੀ ਫਸਾਓ ਤੇ ਫੇਰ ਹੀ ਇਹਨੂੰ ਢਾਇਆ ਜਾ ਸਕਦਾ, ਨਹੀਂ ਤੇ ਇਹਦੇ ਗੱਦੇ ਤੇ ਜਵਾੜੇ ਦੇ ਨਾਲ ਨੂੰ ਵੀ ਹਥਿਆਰ ਬਣਾ ਲੈਂਦਾ ਹਨਾ। ਤੇ ਇਹਦੇ ਹੱਥ ਜਿਹੜਾ ਵੀ ਹਥਿਆਰ ਆ ਜਾਵੇ, ਉਹਦੇ ਅੱਗੇ ਸਾਰੇ ਹਥਿਆਰ ਫੇਲ ਹੋ ਜਾਂਦੇ ਆ। ਕਿਉਂ ਭਲਾ, ਉਹ ਹੱਥ 'ਚ ਜੋ ਮਰਜੀ ਹੋਵੇ, ਚਲਾਉਣ ਵਾਲਾ ਕੌਣ ਹੈ ਭਲਾ, ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਇਸ ਕਰਕੇ ਇਹਦਾ ਮੁਕਾਬਲਾ ਕਰਨਾ ਬੜਾ ਮੁਸ਼ਕਿਲ। ਇਸ ਕਰਕੇ ਇਹਨੂੰ ਕਿਤੇ ਡਿੱਕੀ 'ਚ ਫਸਾਓ। ਤੇ ਧੂਮ ਜਿਹੜੀ ਪੈ ਜਾਂਦੀ ਹੈ ਫਿਰ ਨਾ, ਪੂਰੇ ਫਿਲਿਸਤੀਨੀਆਂ ਦੇ ਉੱਤੇ ਸਮਸੂਨ ਦਾ ਖੌਫ ਸੀ, ਦਹਿਸ਼ਤ ਸੀ। ਇਹ ਇੱਕੋ ਹੀ ਬੰਦਾ ਪੂਰੇ ਫਿਲਿਸਤੀਨ ਦੀ ਸੈਨਾ ਦੇ ਉੱਤੇ ਕੀ ਸੀ ਭਲਾ, ਪੂਰੇ ਫਿਲਿਸਤੀਨ ਇੱਕ ਦੇਸ਼ ਦੀ ਸੈਨਾ ਦੇ ਉੱਤੇ ਸਿਰਫ ਇੱਕੋ ਹੀ ਬੰਦਾ ਫਿਲਿਸਤੀਨੀਆਂ ਨੇ ਆਪਣੇ ਮਨ 'ਚ ਰੱਖਿਆ। ਉਹ ਕਹਿੰਦੇ ਇਦਾਂ ਦਾ ਬੰਦਾ ਅਸੀਂ ਵੀ ਇੱਕ ਤਿਆਰ ਕਰਾਂਗੇ। ਉਹਨਾਂ ਨੇ ਫਿਰ ਗੋਲੀਅਥ ਤਿਆਰ ਕੀਤਾ ਨਾ। ਤੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਜਿੰਨੀ ਦੇਰ ਤੱਕ ਦੌਦ ਸਾਹਮਣੇ ਨਹੀਂ ਆਇਆ, ਗੋਲੀਅਥ ਦਾ ਖੌਫ ਵੀ ਇਹਨਾਂ ਦੇ ਉੱਤੇ ਫਿਰ ਓਨਾ ਹੀ ਸੀਗਾ। ਪਰ ਉਹ ਖੌਫ ਉਦੋਂ ਖਤਮ ਹੋ ਗਿਆ ਜਦੋਂ ਆਤਮਾ ਦੀ ਪ੍ਰੇਰਨਾ ਵਾਲਾ ਆ ਗਿਆ। ਉਹਨੇ ਦੇਖਿਆ ਇੱਕ ਅਸੁੰਤੀ ਬੰਦਾ ਪਰਮੇਸ਼ਵਰ ਦੀ ਸੁੰਤੀ ਕੌਮ ਨੂੰ ਕਿੱਦਾਂ ਲਲਕਾਰ ਸਕਦਾ ਹੈ ਨਾ। ਸਮਸੂਨ ਦੇ ਵਿੱਚ ਜੁਰਤ ਸੀ ਨਾ, ਉਹਦੇ ਵਿੱਚ ਤਾਕਤ ਤਾਂ ਕੋਈ ਨਹੀਂ ਗੀ, ਪਰ ਈਮਾਨ ਦਾ ਇੰਨਾ ਕੁ ਖਰਾ ਆ, ਈਮਾਨ ਦਾ ਇੰਨਾ ਕੁ ਖਰਾ ਆ, ਤੇ ਉਹਨੂੰ ਪਤਾ ਆ ਮੇਰੀ ਸਮਰਥ ਦੀ ਕੋਈ ਗੱਲ ਨਹੀਂ ਗੀ, ਪਰ ਜਿਹਦੇ ਉੱਤੇ ਮੇਰਾ ਭਰੋਸਾ ਹੈ ਉਹਦੀ ਸਮਰਥ ਦੇ ਸਾਹਮਣੇ ਤੇ ਜ਼ਮੀਨ ਅਸਮਾਨ ਵੀ ਠਹਿਰ ਨਹੀਂ। ਗੋਲੀਅਥ ਦੀ ਕੀ ਬਾਤ ਹੈ। ਇਸ ਲਈ ਕਹਿੰਦਾ ਉਹ ਕਹਿੰਦਾ ਤੂੰ ਮੈਨੂੰ ਕੁੱਤਾ ਸਮਝ ਕੇ ਮਰਨਾ ਹੈ ਲਾਠੀ ਲੈ ਕੇ। ਮੈਂ ਤੇਰੇ ਸਾਹਮਣੇ ਐਡੀ ਵੱਡੀ ਢਾਲ ਤੇ ਤਲਵਾਰ ਲੈ ਕੇ ਖੜਾ, ਤੇ ਤੂੰ ਲਾਠੀ ਲੈ ਕੇ ਮੇਰੇ ਵੱਲ ਆਉਣਾ ਪਿਆ। ਤੇ ਕਹਿੰਦਾ ਕੋਈ ਗੱਲ ਨਹੀਂ ਪੁੱਤਰਾ, ਅੱਜ ਮੇਰਾ ਪਰਮੇਸ਼ਵਰ ਤੈਨੂੰ ਮੇਰੇ ਸਾਹਮਣੇ ਕੁੱਤਾ ਹੀ ਬਣਾ ਕੇ ਛੱਡੂ। ਸੋ ਧੁੰਮ ਪੈਂਦੀ ਹੈ ਨਾ, ਧੁੰਮ ਸੁਲੇਮਾਨ ਦੀ ਪਈ, ਤੇ ਲਿਖਿਆ ਵੀ ਉਸ ਸਮੇਂ ਦੀ ਉਹ ਮਸ਼ਹੂਰ ਰਾਣੀ ਸੀ। ਜਿਹਦੇ ਮਨ 'ਚ ਆਇਆ ਜੇ ਐਡਾ ਹੀ ਧੁੰਮ ਵਾਲਾ ਬੰਦਾ ਆਇਆ ਤੇ ਉਹਨੂੰ ਮਿਲਣਾ ਚਾਹੀਦਾ। ਏਡੀ ਬੁੱਧ, ਏਡੀ ਸਮਝ, ਰਾਜ ਕਰਨ ਦਾ ਜਜ਼ਬਾ ਤੇ ਏਡੀ ਲਿਆਕਤ ਇਸ ਬੰਦੇ ਨੂੰ ਮਿਲਣਾ ਚਾਹੀਦਾ। ਤੇ ਨਜ਼ਰਾਨਿਆਂ ਦੇ ਨਾਲ ਆਈ, ਤੇ ਜਦੋਂ ਸਭ ਕੁਝ ਉਹਨੂੰ ਪਤਾ ਲੱਗਾ ਨਾ, ਤੇ ਉਹਦਾ ਸਾਰਾ ਸਿਸਟਮ ਜਦੋਂ ਸੁਲੇਮਾਨ ਦਾ ਦਿਖਾਇਆ, ਤੇ ਫਿਰ ਸੁਲੇਮਾਨ ਦੇ ਅੱਗੇ ਪੇਸ਼ ਹੋਈ ਨਾ, ਤੇ ਕਹਿੰਦੀ ਬਹੁਤ ਘੱਟ ਸੁਣਿਆ ਸੀ।
ਕੀ ਸੁਣਿਆ ਭਲਾ? ਬਹੁਤ ਘੱਟ ਸੁਣਿਆ। ਜਿੰਨਾ ਸੁਣਿਆ ਸੀ ਨਾ ਬਹੁਤ ਘੱਟ ਸਮਝਦੀ ਮੈਂ ਹੁਣ ਦੇਖ ਕੇ, ਉਸ ਤੋਂ ਕਿਤੇ ਜ਼ਿਆਦਾ ਤੂੰ ਵੱਧ ਪਾਇਆ ਗਿਆ। ਤੇ ਸਾਡੀ ਧੁੰਮ ਜਦੋਂ ਪੈਂਦੀ ਹੈ ਤੇ ਜਦੋਂ ਸਾਨੂੰ ਕੋਈ ਦੇਖਣ ਆਉਂਦਾ, ਅੱਛਾ ਤੂੰ ਸੀਗਾ। ਹਾਂਜੀ, ਉੱਥੇ ਕੱਚੇ ਪੈ ਜਾਂਦੇ ਆ। ਸਾਡੀ ਧੁੰਮ ਕਿੱਦਾਂ ਦੀ ਭਲਾ? ਉਹ ਕਹਿੰਦੇ ਸੁਣਿਆ ਕਿਸੇ ਕੰਮ ਦਾ ਨਿਕਲਿਆ। ਸੋ ਧੁੰਮ ਪੈਂਦੀ ਨਾ, ਤੇ ਧੁੰਮ ਇਹਨਾਂ ਦੇ ਇਸ ਆਤਮਿਕ ਪ੍ਰੇਮ ਦੀ ਪਈ, ਤੇ ਇਹਨਾਂ ਦੇ ਆਤਮਿਕ ਪ੍ਰੇਮ ਨੇ ਉਹਦਾ ਅਸਰ ਕੀ ਨਿਕਲਿਆ? ਇਹਨਾਂ ਦੇ ਆਤਮਿਕ ਪ੍ਰੇਮ ਦਾ ਅਸਰ ਕੀ ਨਿਕਲਿਆ? ਆਤਮਿਕ ਪ੍ਰੇਮ ਦਾ ਸਭ ਤੋਂ ਵੱਡਾ ਫਾਇਦਾ ਕੀ ਹੁੰਦਾ? ਪਹਿਲਾਂ ਇਹ ਆਤਮਿਕ ਪ੍ਰੇਮ ਦਾ ਇਹ ਫਾਇਦਾ ਆ ਵੀ ਜਿਸ ਬੰਦੇ ਦੇ ਵਿੱਚ ਆਤਮਿਕ ਪ੍ਰੇਮ ਆ, ਉਹਨੂੰ ਕਿਸੇ ਨੂੰ ਜਲਦੀ ਕਿਤੇ ਇਹ ਕਹਿਣ ਦੀ ਜ਼ਰੂਰਤ ਨਹੀਂ ਮੈਂ ਫਸ ਗਿਆ ਮੇਰੇ ਲਈ ਪ੍ਰਾਰਥਨਾ ਕਰੋ, ਮੈਂ ਡੁੱਬ ਚਲਾ ਮੇਰੇ ਲਈ ਪ੍ਰਾਰਥਨਾ ਕਰੋ। ਉਸ ਬੰਦੇ ਦੇ ਲਈ ਹਰ ਉਹ ਆਤਮਿਕ ਬੰਦੇ ਦੇ ਮਨ ਦੇ ਵਿੱਚ ਆਟੋਮੈਟਿਕ ਇਹ ਚੀਜ਼ ਆਉਂਦੀ ਹੈ ਕਿ ਜਿਸ ਬੰਦੇ ਦੇ ਉੱਤੇ ਪ੍ਰਭੂ ਦੀ ਏਡੀ ਕਿਰਪਾ ਆ ਔਰ ਆਤਮਿਕ ਪ੍ਰੇਮ ਦੇ ਨਾਲ ਚੱਲਦਾ, ਕਿਉਂ ਨਾ ਉਹਦੇ ਲਈ ਦੁਆ ਕੀਤੀ ਜਾਵੇ, ਉਹ ਆਤਮਾ ਦੇ ਵਿੱਚ ਹੋਰ ਜ਼ੋਰ ਫੜੇ। ਕੀ ਕਰੇ ਭਲਾ? ਹੋਰ ਜ਼ੋਰ ਫੜੇ। ਇਹਨਾਂ ਨੇ ਆਪਣੀ ਰੈਸ਼ ਨਹੀਂ ਭੇਜੀ ਕਿ ਸਾਰੇ ਵਾਸਤੇ ਤੂੰ ਕੀ ਕਰ ਭਲਾ? ਪ੍ਰਾਰਥਨਾ ਕਰ। ਇਹਨਾਂ ਨੇ ਨਹੀਂ ਕਿਹਾ। ਇਹਨਾਂ ਦੇ ਆਤਮਾ ਦੇ ਪ੍ਰੇਮ ਦੀ ਖਬਰ ਸੰਤ ਪੌਲੁਸ ਦੇ ਕੰਨਾਂ ਤੱਕ ਵੀ ਪਹੁੰਚ ਗਈ, ਤੇ ਉਹ ਚਿੱਠੀ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦੇ ਹੋਏ ਕਹਿੰਦਾ, ਜਿਸ ਦਿਨੋਂ ਅਸੀਂ ਵੀ ਤੁਹਾਡੇ ਉਸ ਆਤਮਿਕ ਪ੍ਰੇਮ ਬਾਰੇ ਸੁਣਿਆ। ਤੇ ਕੀ ਕਰਦੇ ਆ ਫਿਰ ਅਸੀਂ? ਤੁਹਾਡੇ ਲਈ ਇਹ ਪ੍ਰਾਰਥਨਾ ਕਰਦੇ ਆ। ਆਤਮਿਕ ਪ੍ਰੇਮ ਦੇ ਬਾਰੇ ਸੁਣਿਆ, ਤੁਹਾਡੇ ਲਈ ਪ੍ਰਾਰਥਨਾ ਕਿਹੜੀ ਕਰਦੇ ਆ? ਪੜਾਂਗੇ ਜੀ। ਪ੍ਰਾਰਥਨਾ ਤੇ ਅਰਦਾਸ ਕਰਨ ਤੋਂ ਨਹੀਂ ਹਟਦੇ। ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਤੇ ਹਾਂਜੀ ਅੱਗੇ ਤੁਸੀਂ ਹਰ ਪ੍ਰਕਾਰ ਦੇ ਆਤਮਿਕ ਗਿਆਨ ਅਤੇ ਸਮਝ ਨਾਲ ਉਹਦੀ ਇੱਛਾ ਦੀ ਪਹਿਚਾਣ ਤੋਂ ਭਰਪੂਰ ਹੋ ਜਾਓ। ਇਸ ਸ਼ਬਦ ਨੂੰ ਅਸੀਂ ਅੰਗਰੇਜ਼ੀ ਵਿੱਚ ਦੇਖਾਂਗੇ, ਕੁਲਸੀਆਂ ਦਾ ਖੱਤ। और विनती करने से नहीं चूकते कि तुम सारे आत्मिक ज्ञान और समझ सहित परमेश्वर की इच्छा की पहचान में परिपूर्ण हो जाओ। Wisdom and spiritual of his will in all wisdom and spiritual understanding. Spiritual understanding, okay. सो फिर थे उन्हें, इसलिए जिस दिन से ये सुना है कि हम भी तुम्हारे लिए ये प्रार्थना करने और विनती करने से नहीं चुकते कि तुम सारे आत्मिक ज्ञान। हुण की है भला इन्हां दे विच पहला शब्द की पाया गया? इन्हां दे विच आत्मिक प्रेम पाया गया। की पाया गया? आत्मिक प्रेम। आत्मिक प्रेम। अज आत्मिक प्रेम की नकल करने वाले भी बहुत है। मैं बड़े सारे ऐसे सेवकां नूं जानदा हां जिन्हां ने प्रेम दे बलबूते ते ही बहुत वड्डी वड्डी चर्च खड़े कीते। प्रेम दे बलबूते ते ज्ञान है नहीं उन्हां कोल, लेकिन प्रेम दे बलबूते ते वो प्रेम ही इन्ना क करदे आ भी लोकी उन्हां दे प्रेम दे बज्जे होए आई जांदे आ। ज्ञान नहींगा, प्रेम ही आ। ते पर वो प्रेम भी आत्मिक नहींगा। उन्हां नूं ये पता लग गया प्रेम ही, ਜਦੋਂ ज्ञान है नहीं तो उदों की करी चलो भला? प्रेम ही करी चलो ते लोकी आप ही फसी जाने है ना। ਉਹ ਪ੍ਰੇਮ ਹੀ ਇਹਨਾਂ ਕੋ ਢੇਲ ਦਿੰਦੇ ਲੋਕਾਂ ਨੂੰ। ਉਸ ਚੀਜ਼ ਨਾਲ ਫਿਰ ਮਤਲਬ ਨਹੀਂ ਰਹਿੰਦਾ ਵੀ ਕੋ ਗਿਆਨ ਹੈਗਾ ਕਿ ਨਹੀਂ ਹੈਗਾ, ਅਸੀਂ ਕੀ ਲੈਣਾ ਦੇਣਾ। ਇਹ ਸਾਨੂੰ ਪ੍ਰੇਮ ਬਹੁਤ ਕਰਦਾ ਤੇ ਕੀ ਕਰਦੇ ਪਰ ਲੋਕੀ ਉਹਦੇ ਪ੍ਰੇਮ ਦੇ ਵਿੱਚ ਹੀ ਫਸ ਜਾਂਦੇ ਆ। ਪ੍ਰੇਮ ਬਹੁਤ ਉੱਤਮ ਆ, ਬਟ ਇਹ ਆਤਮਿਕ ਹੋਣਾ ਜ਼ਰੂਰੀ ਆ। ਇਹ ਚਾਪਲੂਸੀ ਦਾ ਪ੍ਰੇਮ ਨਹੀਂ ਹੋਣਾ ਚਾਹੀਦਾ। ਤੇ ਜਦੋਂ ਇਹ ਪ੍ਰੇਮ ਦੀ ਨਿਸ਼ਾਨੀ ਫਿਰ ਕੀ ਹੋਗੀ? ਅਗਰ ਕਿਸੇ ਦੇ ਕੋਲ ਆਤਮਿਕ ਪ੍ਰੇਮ ਆ ਤੇ ਉਹ ਗਿਆਨ ਤੋਂ ਕਦੇ ਵਾਂਝਾ ਨਹੀਂ ਰਹਿ ਸਕਦਾ। ਹੁਣ ਫਸ ਜਾਊਗਾ ਬੰਦਾ ਨਾ। ਆਤਮਿਕ ਪ੍ਰੇਮ ਦੀ ਪਹਿਚਾਣ ਕਿੱਥੋਂ ਹੋਗੀ ਭਲਾ? ਅਗਰ ਕਿਸੇ ਦੇ ਕੋਲ ਆਤਮਿਕ ਪ੍ਰੇਮ ਆ ਤੇ ਪਰਮੇਸ਼ਰ ਉਸ ਆਤਮਿਕ ਪ੍ਰੇਮ ਵਾਲੇ ਨੂੰ ਕਦੇ ਵੀ ਗਿਆਨ ਤੋਂ ਵਾਂਝਾ ਨਹੀਂ ਰੱਖ ਸਕਦਾ। ਤੇ ਜੇ ਉਹ ਆਤਮਿਕ ਪ੍ਰੇਮ ਵਾਲਾ ਬੰਦਾ ਗਿਆਨ ਤੋਂ ਵਾਂਝਾ ਆ ਤੇ ਇਹਦਾ ਮਤਲਬ ਉਹ ਖਾਵੇ ਪਿਆ। ਅਸਲੀ ਪ੍ਰੇਮ ਉਹ ਪ੍ਰੇਮ ਜਿਹੜਾ ਆਤਮਿਕ ਉਹ ਨਹੀਂ ਆ, ਕਿਉਂਕਿ ਉਹਦੇ ਨਾਲ ਜ਼ਰੂਰੀ ਕੀ ਆ? ਸੰਤ ਪੌਲੁਸ ਕਹਿੰਦਾ ਤੁਹਾਡੇ ਆਤਮਾ ਦੇ ਪ੍ਰੇਮ ਤੋਂ ਅਸੀਂ ਵਾਕਿਫ ਹੋ ਗਏ ਤੇ ਹੁਣ ਅਸੀਂ ਰੁਕਦੇ ਨਹੀਂ ਆ, बल्कि ਤੁਹਾਡੇ ਲਈ ਹੁਣ प्रार्थना किस चीज की भला शुरू की है? परमेश्वर ਤੁਹਾਨੂੰ ਕੀ करे भला? बेनती करने से नहीं चुकते कि तुम सारे आत्मिक ज्ञान कादे नाल भला? जे आत्मिक प्रेम है तो हुण जरूरी की है भला? कल्ला प्रेम ने भी हुण काम करना नहीं है। ਉਹਦੇ ਲਈ ਜ਼ਰੂਰੀ ਕੀ है कि तुम सारे आत्मिक ज्ञान और समझ सहित आत्मिक प्रेम भी हो सकता है। ਇਸ ਤੋਂ ਬਾਅਦ ਪ੍ਰਾਰਥਨਾ ਦੇ ਵਸੀਲੇ ਦੇ ਨਾਲ ਪਰਮੇਸ਼ਰ ਰਹਿਮ ਕਰੇ, ਆਤਮਿਕ ਗਿਆਨ ਦੀ ਵੀ ਪ੍ਰਾਪਤੀ ਹੋ ਸਕਦੀ ਹੈ। ਇਹ ਦੋਨੇ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਅਗਲੀ ਸ਼ਬਦ ਆਇਆ ਗਿਆਨ ਔਰ ਸਮਝ ਸਹਿਤ। ਦੋਨੇ ਚੀਜ਼ਾਂ ਦੇ ਹੁੰਦਿਆਂ ਹੋਇਆਂ ਫਿਰ ਵੀ ਜੇ ਸਮਝ ਨਹੀਂ ਆ
ਆਤਮਿਕ ਪ੍ਰੇਮ ਹੋਣਾ ਚਾਹੀਦਾ। ਆਤਮਿਕ ਪ੍ਰੇਮ ਦੇ ਨਾਲ ਪਹਿਚਾਣ ਆਤਮਿਕ ਪ੍ਰੇਮ ਦੀ ਕੀ ਹੈ ਕਿ ਆਤਮਿਕ ਗਿਆਨ ਵੀ ਹੋਊਗਾ ਤੇ ਫਿਰ ਆਤਮਿਕ ਹੀ ਸਮਝ ਵੀ ਹੋਊਗੀ। ਤੇ ਦੋ ਚੀਜ਼ਾਂ ਦਿੰਦੇ ਆ, ਜੇ ਤੀਜੀ ਚੀਜ਼ ਵੀ ਆਤਮਿਕ ਨਹੀਂ ਹੈ ਤਾਂ ਵੀ ਕੰਮ ਪੂਰਾ ਹੋਣਾ ਨਹੀਂ ਹੈ। ਤੇ ਫਿਰ ਕੀ ਕਹਿੰਦਾ, ਅਸੀਂ ਕਾਹਦੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਹੁਣ ਆਤਮਿਕ ਪ੍ਰੇਮ ਤੇ ਤੁਹਾਡੇ ਵਿੱਚ ਆ ਗਿਆ। ਔਰ ਇਹ ਜੇ ਪਰਮੇਸ਼ਵਰ ਤੁਹਾਡੇ ਅੰਦਰ ਕੰਮ ਨਾ ਕਰੇ ਤੇ ਆਤਮਿਕ ਪ੍ਰੇਮ ਆ ਵੀ ਸਕਦਾ ਨਹੀਂ ਹੈ। ਤੇ ਹੁਣ ਜ਼ਰੂਰੀ ਆ ਵੀ ਆਤਮਿਕ ਗਿਆਨ ਮਿਲੇ ਤੇ ਸਾਰੀ ਸਮਝ ਨਾਲ परमेश्वर की इच्छा की पहचान में परिपूर्ण हो जाओ। कहते ना सारी ये दोनों चीज़ां पा के सारी समझ सहित आत्मा की सारी समझ दे नाल किहदी इच्छा की पहचान दे विच भरपूर होना भला? परमेश्वर दी इच्छा की पहचान दे विच परिपूर्ण होना आ, भरपूर होना आ, पूरी तरह उहदी इच्छा की पहचान दे विच भरना आ। आत्मिक प्रेम काफ़ी नहीं, आत्मिक ज्ञान भी काफ़ी नहीं, समझ सहित किहड़ी चीज़ जरूरी आ। ਇਹਨੇ ਹੁਣ ਕੀ ਜਾਣਨਾ ਆ, ਪਰਮੇਸ਼ਵਰ ਦੀ ਇੱਛਾ ਕੀ ਹੈ। ਅਸੀਂ ਪ੍ਰਾਰਥਨਾਵਾਂ ਕਰਨ ਵਾਲਿਆਂ ਨੇ ਹਮੇਸ਼ਾ ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਪ੍ਰਾਰਥਨਾ ਕਰਨ ਤੋਂ ਪਹਿਲਾਂ, ਮੂੰਹ ਦੇ ਵਿੱਚੋਂ ਸ਼ਬਦ ਕੱਢਣ ਤੋਂ ਪਹਿਲਾਂ ਅਸੀਂ ਇਸ ਚੀਜ਼ ਦਾ ਧਿਆਨ ਕਰਨਾ ਆ, ਮੇਰਾ ਕੋਈ ਸ਼ਬਦ ਗਲਤ ਨਾ ਹੋ ਜਾਵੇ। ਸਭ ਤੋਂ ਪਹਿਲਾਂ ਤੇ ਪ੍ਰਾਰਥਨਾ ਵਿੱਚ ਇਹ ਮਾਫੀ ਮੰਗੋ ਵੀ ਪ੍ਰਭੂ ਜੀ, ਜੇ ਮੇਰਾ ਕੋਈ ਸ਼ਬਦ ਜਿਹੜਾ ਤੇਰੀ ਇੱਛਾ ਦੇ ਅਨੁਸਾਰ ਨਾ ਹੋਵੇ ਉਹਨੂੰ ਹੁਣੇ ਕੈਂਸਲ ਕਰ ਦਾਂ। ਤੇ ਜੇ ਮੈਂ ਕਿਸੇ ਗਲਤ ਸ਼ਬਦ ਤੇ ਮੇਰੀ ਨਾਰਾਜ਼ਗੀ ਦੇ ਸ਼ਬਦ ਦੇ ਉੱਤੇ ਮੇਰੇ ਕਹੇ ਹੋਏ ਆਮੀਨ ਦੇ ਉੱਤੇ ਵੀ ਕਿਤੇ ਤੂੰ ਆਮੀਨ ਨਾ ਕਰ ਦੇ, ਹੋਣਾ ਜਿਸ ਤਰ੍ਹਾਂ ਮੈਂ ਕਿਹਾ ਸੀ। ਤੇ ਇਹ ਨਾ ਹੋਵੇ ਮੇਰੀ ਇੱਛਾ ਦੀ ਮੰਗੀ ਹੋਈ ਕੋਈ ਚੀਜ਼ ਮੇਰੇ ਲਈ ਸਰਾਪ ਹੋ ਜਾਵੇ, ਕਿਉਂਕਿ ਮੈਨੂੰ ਮੰਗਣਾ ਆਉਂਦਾ ਨਹੀਂ ਹੈ। ਜਬਦੀ ਦੇ ਪੁੱਤਰਾਂ ਜਿਹੜੇ ਆਏ ਸੀਗੇ, ਦੋ ਪੁੱਤਰਾਂ ਦੇ ਨੂੰ ਲੈ ਕੇ ਉਹਦੀ ਮਾਤਾ, ਤੇ ਉਹ ਇਹ ਪੰਗਾ ਪਿਆ ਨਾ, ਕਹਿੰਦੀ ਤੇਰੇ ਰਾਜ ਦੇ ਵਿੱਚ ਇੱਕ ਤੇਰੇ ਸੱਜੇ ਤੇ ਇੱਕ ਤੇਰੇ। ਆਪਣੇ ਪੁੱਤਰ ਦੇ ਲਈ ਆਪ ਹੀ ਨਰਕ ਦੀ ਦੁਆ ਮੰਗਣ ਦੀ, ਆਪਣੇ ਪੁੱਤਰ ਦੇ ਲਈ ਆਪ ਹੀ ਸਜ਼ਾ ਮੰਗਣੀ, ਪਰ ਉਹ ਜਨਤਾ ਦੇ ਵਿੱਚ ਤੇ ਪ੍ਰਭੂ ਜਾਣੀ ਜਾਣਿਆ ਇਸ ਕਰਕੇ ਉਹਦੀ ਅਗਿਆਨਤਾ ਨੂੰ, ਤੇ ਉਹ ਕਿਉਂਕਿ ਪ੍ਰਭੂ ਦੇ ਕੋਲ ਆਉਣਾ ਚਾਹੁੰਦੇ ਆ, ਇਸ ਕਰਕੇ ਪ੍ਰਭੂ ਨੇ ਉਹਦੇ ਮਨ ਦੀ ਭਾਵਨਾ ਸਮਝਿਆ। ਕਹਿੰਦਾ ਮਾਤਾ ਬੀਬੀ ਤੂੰ ਪਤਾ ਹੀ ਨਹੀਂ, ਤੈਨੂੰ ਔਰਤ ਤੈਨੂੰ ਪਤਾ ਹੀ ਨਹੀਂ ਤੂੰ ਮੰਗਦੀ ਕੀ ਆ, ਕਿਉਂਕਿ ਸੱਜੇ ਤੇ ਖੱਬੇ ਬਿਠਾਉਣਾ ਕਹਿੰਦਾ ਮੇਰਾ ਕੰਮ ਨਹੀਂ, ਇਹ ਤੇ ਜਿਹਨੇ ਮੈਨੂੰ ਭੇਜਿਆ ਨਾ ਉਹਦਾ ਕੰਮ ਹੈ, ਤੇ ਕਿਤੇ ਗਲਤੀਆਂ ਦੁਬਾਰਾ ਨਾ ਕਹਿ ਦੀ। ਇਸੇ ਤਰ੍ਹਾਂ ਅਸੀਂ ਪ੍ਰਾਰਥਨਾ ਕਰਨ ਵੇਲੇ ਕੀ ਚਿੱਤਾ ਰੱਖੀਏ, ਪ੍ਰਭੂ ਜੀ ਜੇ ਸਾਡੇ ਕੋਲੋਂ ਸ਼ਬਦ ਦਾ ਉਚਾਰਨ ਕੋਈ ਗਲਤ ਹੋ ਗਿਆ ਜਾਂ ਅਸੀਂ ਕੁਝ ਗਲਤ ਮੰਗ ਬੈਠੇ ਜਿਹੜਾ ਤੇਰੇ ਆਤਮਿਕ ਗਿਆਨ ਦੇ ਅਨੁਸਾਰ ਠੀਕ ਨਹੀਂਗਾ, ਜਿਹੜਾ ਤੇਰੀ ਆਤਮਿਕ ਆਸ਼ੀਸ਼ਾਂ ਤੇ ਬਰਕਤਾਂ ਦੇ ਅਨੁਸਾਰ ਠੀਕ ਨਹੀਂਗਾ, ਮਿਹਰਬਾਨੀ ਕਰਕੇ ਸਾਡੀ ਉਸ ਗੱਲ ਨੂੰ ਕੈਂਸਲ ਹੀ ਕਰ ਦੇ, ਤਾਂ ਕਿ ਸਾਡੀ ਇੱਛਾ ਦੇ ਨਾਲ ਮੰਗੀ ਹੋਈ ਕੋਈ ਚੀਜ਼ ਸਾਡੇ ਲਈ ਸਰਾਪ ਨਾ ਬਣ ਜਾਏ, ਕਿਉਂਕਿ ਅਸੀਂ ਅਜੇ ਉਸ ਲੈਵਲ ਤੱਕ ਨਹੀਂ ਹੈ ਜਿੱਥੇ ਜਾ ਕੇ ਅਸੀਂ ਤੇਰੀ ਇੱਛਾ ਨੂੰ ਪੂਰੀ ਤਰ੍ਹਾਂ ਜਾਣ ਸਕੀਏ। ਤੇ ਅੱਜ ਕਲੀਸਿਆ ਦੇ ਲਈ ਫਿਰ ਜ਼ਰੂਰੀ ਕੀ ਹੈ ਦੁਆ ਕਰਨਾ ਭਲਾ? ਇਹ ਸਾਰੇ ਲੋਕ ਆਤਮਿਕ ਗਿਆਨ, ਆਤਮਿਕ ਸਮਝ ਤੇ ਆਤਮਿਕ ਪ੍ਰੇਮ ਦੇ ਨਾਲ ਇਹਨਾਂ ਨੇ ਚੌਥਾ ਕੰਮ ਇਹ ਕਰਨਾ ਹੈ ਕਿ ਪਰਮੇਸ਼ਵਰ ਦੀ ਇੱਛਾ ਦੀ ਪਹਿਚਾਨ ਦੇ ਵਿੱਚ ਇਹਨਾਂ ਨੇ परिपूर्ण होना है, ताकि जदों भी ये दुआ करन इन्हां दे शब्द भी आत्मिक होने जरूरी है। जे इन्हां दे शब्द आत्मिक नहीं है तो फिर भी ये अजे तक जिसमानी है, तो जे इन्हां दे शब्द आत्मिक नहीं है फिर इन्हां दे आत्मा दे विच जन्म भी होया नहीं है। जे इन्हां दे शब्द अजे भी जिसमानी है तो फिर इन नवे जन्म तो अजे बहुत दूर है, अजे इन्हां नूं नवां जन्म पाउण दी जरूरत है। अपनी अखां नूं बंद करांगे, सिरां झुकावांगे, ਭਾਈ ਬਲਵੀਰ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਜੀ ਤੇਰਾ ਸ਼ੁਕਰ, ਤੇਰਾ ਧੰਨਵਾਦ ਇਸ ਵਚਨ ਦੇ ਲਈ ਪ੍ਰਭੂ। ਸੱਚਮੁੱਚ ਸਾਡੇ ਅੰਦਰ ਉਹ ਪ੍ਰੇਮ, ਉਹ ਗਿਆਨ, ਉਹ ਸਮਝ ਪ੍ਰਭੂ ਤੂੰ ਬਣਾ ਸਕਦਾ ਹੈ। ਤੇਰਾ ਆਤਮਾ ਸਾਡੀ ਮਦਦ ਤੇ ਸਹਾਇਤਾ ਕਰੇ ਪ੍ਰਭੂ। ਅਸੀਂ ਇਨਸਾਨ ਹੁੰਦੇ ਹੋਏ ਆਪਣੇ ਆਪ ਅਸੀਂ ਕਦੀ ਵੇਲੇ ਪ੍ਰਭੂ ਯਿਸੂ ਜੀ ਉਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਹਾਂ, ਪਰ ਤੇਰਾ ਆਤਮਾ ਸਾਡੀ ਮਦਦ ਤੇ ਸਹਾਇਤਾ ਕਰੇ ਕਿ ਤੂੰ ਕਿਹਾ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ। ਅੱਜ ਅਸੀਂ ਜਿੰਨੇ ਵੀ ਇੱਥੇ ਬੈਠੇ ਹਾਂ ਅਸੀਂ ਮੰਗਦੇ ਹਾਂ ਕਿ ਤੇਰਾ ਆਤਮਾ ਸਾਡੇ ਇੱਕ ਇੱਕ ਦੀ ਮਦਦ ਤੇ ਸਹਾਇਤਾ ਕਰੇ ਪ੍ਰਭੂ ਯਿਸੂ ਜੀ। ਹੋਰ ਜਿਨ੍ਹਾਂ ਨੇ ਵੀ YouTube ਤੇ ਜਾਂ Facebook ਤੇ ਦੁਆਰਾ ਸੁਣਿਆ ਸਭ ਨੂੰ ਕੋਈ ਇਹ ਆਤਮਿਕ ਪ੍ਰੇਮ, ਆਤਮਿਕ ਗਿਆਨ, ਸਮਝ ਔਰ ਪਰਿਪੂਰਨ ਤੇਰੇ ਪਿਤਾ ਤੇਰੇ ਵਿੱਚ ਹੋ ਜਾਈਏ। ਇਹ ਸਭ ਦੇ ਉੱਤੇ ਤੂੰ ਕਿਰਪਾ ਕਰ ਪ੍ਰਭੂ ਜੀ। ਤੇਰਾ ਸ਼ੁਕਰ, ਤੇਰਾ ਧੰਨਵਾਦ ਇਸ ਵਚਨ ਦੇ ਲਈ ਪ੍ਰਭੂ, ਜੋ ਸਾਡੀ ਜ਼ਿੰਦਗੀਆਂ ਦੀ ਬਿਹਤਰੀ ਲਈ ਤੂੰ ਦਿੱਤਾ। ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਧੰਨਵਾਦ ਕਰਦੇ ਹਾਂ, ਤੇਰੀ ਵਡਿਆਈ ਕਰਦੇ ਹਾਂ। ਯੀਸ਼ੂ ਨਾਮ ਚ ਇਸ ਦੁਆ ਨੂੰ ਮੰਗਦੇ ਹਾਂ।
ਆਮੀਨ। वतन स्यों नहीं साडा यारो, वतन स्यों नहीं साडा यारो, असल ठिकाना इथे मन ना लायो आयो, असी स्वर्गी जाना इथे मन ना लायो आयो, असी स्वर्गी जाना। वतन स्यों नहीं साडा यारो, वतन स्यों नहीं साडा यारो, असल ठिकाना इथे मन ना लायो आयो, असी स्वर्गी जाना इथे मन ना असी स्वर्गी जाना। एक घर साडा है जाना ते ओ कर साडा पक्का, एक घर साडा है जाना ते ओ कर साडा पक्का। दुनिया तो मैं नजर हटा के हथ उस घर ते रखा, दुनिया तो मैं नजर हटा के हथ उस घर ते रखा। मंजिल साडी जन्नत है ते, मंजिल साडी जन्नत है ते, यसु निशाना इथे मन ना लायो पायो, असी स्वर्गी जाना इथे मन ना लायो, असी स्वर्गी जाना असी स्वर्गी जाना असी स्वर्गी जाना असी स्वर्गी जाना। प्यारे खुदा तेरे वचन का जो बीज फल लिया वे खुदावंद, अगे भी जो लोग फेसबुक यूट्यूब दे उत्ते सुनन सबना दे उत्ते तेरे वड्डे रहम नूं मंग लैने आ। हरेक जिंदगी दे विच तेरी नेक इच्छा पूरी हो। साडी प्रार्थना सुनो, कबूल करो मसीह यसु दे नाम दे विच आमीन। हुण साडे खुदा यसु मसीह दा फजल, खुदा बाप दी मुहब्बत, पाक रूह दी संगत हुण तो लैके हमेशा तक उहदे तमाम लोकां दे नाल बनी रवे आमीन। हालेलुया। खुदा तुहाडे सारे दे नाल होवे। सारे नूं जय मसीह। भाजी तुसीं सुणाओ की हाल चाल?